ਅਸੀਂ ਤੁਹਾਨੂੰ ਲਾਈਵ ਦਿਖਾਉਂਦੇ ਹਾਂ ਕਿ ਮੋਹਾਲੀ ਦੇ ਇਹਨਾਂ ਦੇ ਵਾਰਡ ਨੰਬਰ 50 ਦੇ ਵਿੱਚ ਜਿਹੜੇ ਅਸੀਂ ਇੱਕ ਪਾਰਕ ਵਿੱਚ ਪਹੁੰਚੇ, ਇੱਥੇ ਸਫਾਈ ਦਾ ਬੁਰਾ ਹਾਲ ਹੈ। ਐਸਡੀਓ ਸਾਹਿਬ ਨੂੰ ਵੀ ਕਿਹਾ ਜੀ, ਪਵਨਪ੍ਰੀਤ ਨੂੰ ਜੀ, ਮੇਰੇ ਪਾਰਕਾਂ ਦੀ ਹੈ ਦੇਖੋ ਸਫਾਈ ਨਹੀਂ ਹੋ ਰਹੀ ਹੈਗੀ ਜੀ। ਤੇ ਘੱਟੋ ਘੱਟ ਇਹਨਾਂ ਨੂੰ ਚਾਹੀਦਾ ਹੈਗਾ ਵੀ ਪ੍ਰੂਨਿੰਗ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਾਉਣੇ ਚਾਹੀਦੇ ਆ ਕਮਿਸ਼ਨਰ ਸਾਹਿਬ ਨੂੰ। ਗੁਰੂਆਂ ਪੀਰਾਂ ਤੋਂ ਜਦੋਂ ਜਿਨ੍ਹਾਂ ਨੇ ਔਰਤ ਨੂੰ ਜਗ ਜਨਨੀ ਵਰਗੇ ਨਾਮ ਦੇ ਕੇ ਸਤਿਕਾਰਿਆ, ਉਸੇ ਲਈ ਪਰ ਚੱਲਦੇ ਸਰਕਾਰਾਂ ਨੇ ਵੀ ਜਿਹੜੀ ਹੈਗੀ ਹੈ ਔਰਤ ਨੂੰ ਪ੍ਰਤੀਨਿਧਤਾ ਦੇਣ ਦੇ ਵਾਸਤੇ ਉਹਨਾਂ ਨੂੰ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕਰੀ। ਮੋਹਾਲੀ ਨਗਰ ਨਿਗਮ ਦੇ ਵਿੱਚ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਵਾਰ ਜਿਹੜੀ 50% ਔਰਤਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ, ਜਿਹੜੀਆਂ ਕੌਂਸਲਰ ਬਣੀਆਂ, ਜਿੱਤ ਕੇ ਚੋਣਾਂ ਦੇ ਵਿੱਚ ਬਣੀਆਂ। ਅਸੀਂ ਦੇਖਣ ਦੇ ਵਿੱਚ ਇਹ ਮਹਿਸੂਸ ਕਰ ਰਹੇ ਹਾਂ ਕਿ ਬਹੁਤ ਔਰਤਾਂ ਇਹੋ ਜਿਹੀਆਂ ਨੇ MC ਬਣ ਚੁੱਕੀਆਂ ਜਿਹੜੀਆਂ ਕਿ ਉਹ ਪੱਖਪਾਤ ਦਾ ਸ਼ਿਕਾਰ ਹੋ ਰਹੀਆਂ। ਉਹਨਾਂ ਦੇ ਵਾਰਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ, ਕਿਸੇ ਨੇ ਕਿਸੇ ਪੋਲੀਟੀਕਲ ਰੰਜਿਸ਼ ਦੇ ਤਹਿਤ ਲੱਗਦਾ ਹੈ। ਜਾਂ ਤਾਂ ਜਿਵੇਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, MC ਗੁਰਮੀਤ ਕੌਰ ਵਾਰਡ ਨੰਬਰ 50 ਤੋਂ, ਅਸੀਂ ਉਹਨਾਂ ਨਾਲ ਸਾਰਾ ਗੱਲਬਾਤ ਕਰਨ ਤੋਂ ਬਾਅਦ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਔਰਤ ਦੇ ਨਾਲ ਇਹਦੇ ਨਾਲ ਪੱਖਪਾਤ ਹੋ ਰਿਹਾ ਤੇ ਉਹਦੇ ਕੰਮਾਂ ਦੀ ਸੁਣਵਾਈ ਨਹੀਂ ਹੋ ਰਹੀ। ਇਕੱਲਾ ਪੋਲੀਟੀਕਲ ਹੀ ਨਹੀਂ, ਮਤਲਬ ਜੋ ਉਹਨਾਂ ਨੇ ਦੱਸਿਆ ਤੇ ਉਹਦੇ ਹਿਸਾਬ ਨਾਲ ਨਗਰ ਨਿਗਮ ਦੇ ਮੋਹਾਲੀ ਦੇ ਅਧਿਕਾਰੀ ਹੈ, ਜਿਹੜੇ ਸੀਨੀਅਰ ਅਧਿਕਾਰੀ, ਉਹ ਵੀ ਇਹਨਾਂ ਦੀ ਗੱਲ ਨੂੰ ਸੁਣ ਕੇ ਇਗਨੋਰ ਕਰ ਰਹੇ ਆ। ਕੋਈ ਚਿੱਠੀ ਪੱਤਰਾਂ ਦੇ ਜਵਾਬ ਨਹੀਂ ਮਿਲ ਰਹੇ। ਅਸੀਂ ਤੁਹਾਨੂੰ ਲਾਈਵ ਦਿਖਾਉਂਦੇ ਹਾਂ ਕਿ ਮੋਹਾਲੀ ਦੇ ਇਹਨਾਂ ਦੇ ਵਾਰਡ ਨੰਬਰ 50 ਦੇ ਵਿੱਚ ਜਿਹੜੇ ਅਸੀਂ ਇੱਕ ਪਾਰਕ ਵਿੱਚ ਪਹੁੰਚੇ, ਇੱਥੇ ਸਫਾਈ ਦਾ ਬੁਰਾ ਹਾਲ ਹੈ। ਘਾਹ ਦੀ ਕਟਾਈ ਨਹੀਂ ਹੋਈ, ਦਰਖਤਾਂ ਦੀ ਪ੍ਰੂਨਿੰਗ ਨਹੀਂ ਹੋਈ। ਹੋਰ ਦਾ ਹੋਰ ਹਾਰਟੀਕਲਚਰ ਡਿਪਾਰਟਮੈਂਟ ਜਿਹੜਾ ਨਗਰ ਨਿਗਮ ਮੋਹਾਲੀ ਦਾ ਹੈਗਾ, ਉਹਨੇ ਦਰਖਤਾਂ ਦੀ ਹਰਿਆਵਲ ਦਾ ਜਿਹੜਾ ਜ਼ਿੰਮਾ ਹੁੰਦਾ। ਅਸੀਂ ਪਾਰਕ ਦੇ ਵਿੱਚ ਦਿਖਾ ਰਹੇ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿ ਇੱਥੇ ਅਮਰਵੇਲ ਜਿਹੜੀ ਦਰਖਤਾਂ ਦੇ ਉੱਪਰ ਚੜ੍ਹ ਗਈ ਹੈ ਤੇ ਦਰਖਤ ਜਿਹੜੇ ਸੁੱਕੇ ਹੋਏ ਆ, ਟੁੱਟੇ ਹੋਏ, ਬਿਲਕੁਲ ਖਸਤਾ ਹਾਲਤ ਦੇ, ਜਿਹਨੂੰ ਦੇਖ ਕੇ ਪਾਰਕ ਵਿੱਚ ਸੈਰ ਕਰਨ ਵਾਲਿਆਂ ਦਾ ਵੀ ਮੂੰਹ ਮੁੜ ਜਾਂਦਾ ਕਿ ਵੀ ਇੱਥੇ ਸੈਰ ਕਰਨਾ ਜਿਹੜਾ ਉਹ ਸ਼ਾਇਦ ਕਿਤੇ ਜਿਹੜਾ ਰੁੱਖਾ ਜਿਹਾ ਮਾਹੌਲ ਦੇਖ ਕੇ ਜਿਹੜਾ ਸੈਰ ਕਰਨ ਦਾ ਵੀ ਆਨੰਦ ਨਹੀਂ ਆਉਂਦਾ। ਪਾਰਕ ਦੇ ਵਿੱਚ ਜਿਹੜੇ ਬਜ਼ੁਰਗਾਂ ਦੇ ਬੈਠਣ ਨੂੰ ਲੋਹੇ ਦੇ ਬੈਂਚ ਲਾਏ ਆ, ਉਹ ਟੁੱਟੇ ਹੋਏ ਆ। ਬੱਚਿਆਂ ਦੇ ਝੂਲੇ ਜਿਹੜੇ ਛੋਟੇ ਛੋਟੇ, ਉਹ ਬੱਚੇ ਇਹਦੇ ਪਰ ਬੈਠਣ ਤੋਂ ਡਰਦੇ ਆ ਕਿ ਇਹਦੇ ਵਿੱਚ ਟੁੱਟਿਆ ਹੋਇਆ, ਇਹਦੇ 'ਚ ਇਹ ਬੈਠ ਨਹੀਂ ਸਕਦੇ ਬੱਚੇ। ਘਾਹ ਦੀ ਕਟਾਈ ਨਹੀਂ ਹੋਈ। ਸੋ ਕੁੱਲ ਮਿਲਾ ਕੇ ਫੁੱਟਪਾਥਾਂ ਟੁੱਟੀਆਂ ਹੋਈਆਂ, ਕਰਵ ਚੈਨਲਾਂ ਦੀ ਹੈ। ਤੇ MC ਗੁਰਮੀਤ ਕੌਰ ਦੇ ਦੱਸਣ ਮੁਤਾਬਕ ਜਿਹੜੇ ਮਕਾਨਾਂ ਦੇ ਨੰਬਰ ਹੈ, ਉਹ ਨੰਬਰ ਪਲੇਟਾਂ ਉਹ ਵੀ ਇੱਥੇ ਜਿਹੜੀਆਂ ਨਹੀਂ ਲੱਗੀਆਂ। ਹੋਰ ਵੱਡੀ ਗੱਲ ਜਿਹੜੀ ਪਾਰਕ ਦੇ ਵਿੱਚ ਨਗਰ ਨਿਗਮ ਨੇ ਜਿੰਮ ਲਾਉਣੇ ਸੀਗੇ, ਜਿੰਮ ਲਾਏ। ਤੇ ਇੱਥੇ ਅਸੀਂ ਤੁਹਾਨੂੰ ਦਿਖਾਉਂਦੇ ਕਿ ਜਿਹੜਾ ਜਿੰਮ ਬਾਕੀ ਵਾਰਡਾਂ ਦੇ ਵਿੱਚ ਭਾਵੇਂ 12 ਮਸ਼ੀਨਾਂ ਦਾ ਜਿੰਮ ਜਿਹੜਾ ਉਹ ਲਾਇਆ ਜਾ ਰਿਹਾ। ਗੁਰਮੀਤ ਕੌਰ MC ਨੇ ਦੱਸਿਆ ਕਿ ਉਹਨਾਂ ਦੇ ਵਾਰਡ ਨੰਬਰ 50 ਦੇ ਵਿੱਚ ਪਹਿਲਾਂ ਤਾਂ ਜਿੰਮ ਇੱਥੇ ਲੱਗਿਆ ਨਹੀਂ, ਤੇ ਜੇ ਹੁਣ ਲੱਗਿਆ ਤਾਂ ਇਹਦਾ ਥੜਾ ਬਣ ਗਿਆ, ਪਰ ਜਿੰਮ ਹਲੇ ਲੱਗਣਾ ਕਦੋਂ ਲੱਗਣਾ ਇਹ ਤਾਂ ਨਗਰ ਨਿਗਮ ਦੇ ਅਧਿਕਾਰੀ ਜਾਣਦੇ ਆ, ਕਿਉਂਕਿ ਇਹਨਾਂ ਨੂੰ ਬਤੌਰ MC ਤਾਂ ਉੱਥੇ ਸੁਣਵਾਈ ਨਹੀਂ ਹੈਗੀ। ਜਿੰਮ ਦੇ ਵਿੱਚ ਹੋਰਾਂ ਪਾਸੇ 12 ਮਸ਼ੀਨਾਂ, ਤੇ ਲੇਕਿਨ ਇਹਦੇ ਵਿੱਚ 6 ਮਸ਼ੀਨਾਂ ਸ਼ਾਇਦ ਆ 8 ਮਸ਼ੀਨਾਂ ਕੁਛ ਉਹਨਾਂ ਨੇ ਦੱਸੀਆਂ ਕਿ ਉਹ ਘੱਟ ਮਸ਼ੀਨਾਂ, ਹੋਰਾਂ ਜਿੰਮਾਂ ਨਾਲੋਂ ਘੱਟ ਮਸ਼ੀਨਾਂ ਦੇ ਇੱਥੇ ਜਿਹੜੇ ਥੜੇ ਬਣਾਏ ਗਏ ਆ। ਤੇ ਸਟਰੀਟ ਲਾਈਟ ਟੁੱਟੀ ਹੋਈ ਆ, ਉਹਦੇ ਨਾਲ ਜਿੰਮ ਦੇ ਨਾਲ ਸਟਰੀਟ ਲਾਈਟ ਦੇਖੋ ਤੁਸੀਂ, ਉਹਦੇ ਤੇ ਕੋਈ ਲਾਟੂ ਨਹੀਂ ਆ, ਬੱਲਬ ਨਹੀਂ ਹੈ ਹਾਂਜੀ। ਤੇ ਮਤਲਬ ਕੁੱਲ ਮਿਲਾ ਕੇ ਜਿਹੜਾ ਇਹ ਵਾਰਡ ਨੰਬਰ 50 ਇਹਨਾਂ ਦਾ ਵਿਰੋਧੀ ਪੱਖ ਹੈ, ਜਾਂ ਜਿਵੇਂ ਨਾ ਕਿਵੇਂ ਇੱਕ ਔਰਤ ਦਾ ਉਹ ਇੰਨੀ ਜਲੀਲ ਹੋ ਰਹੀ ਹੈ ਕਿ ਵੀ ਉਹਦੇ ਵਾਰਡ ਦੇ ਵਿੱਚ ਉਹਨੂੰ ਪੱਖਪਾਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਕਿਆ ਇੱਕ ਔਰਤ ਦੇ MC ਹੋਣ ਦਾ ਇਹ ਉਹਨੂੰ ਖਮਿਆਜਾ ਭੁਗਤਣਾ ਪੈ ਰਿਹਾ, ਜਾਂ ਕੋਈ ਪਰਦੇ ਪਿੱਛੇ ਕੋਈ ਹੋਰ ਕੋਈ ਜਿਹੜੀ ਆ ਰੰਜਿਸ਼ ਹੈ, ਜਾਂ ਨਗਰ ਨਿਗਮ ਦੇ ਅਧਿਕਾਰੀ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਇੱਕ MC ਦੇ ਵਾਰਡ 'ਚ ਜਾਂ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਕਰਨੀ, ਜਾਂ ਦਰਖਤਾਂ ਦੀ ਸਾਂਭ ਸੰਭਾਲ, ਬੱਚਿਆਂ ਦਾ ਝੂਲਿਆਂ ਦਾ, ਜਾਂ ਬਜ਼ੁਰਗਾਂ ਦੇ ਪਾਰਕ ਦੇ ਵਿੱਚ ਬੈਠਣ ਦੇ ਜਿਹੜੇ ਬੈਂਚ ਹੈਗੇ ਆ, ਜਾਂ ਫਿਰ ਹੋਰ ਵੀ ਜਿਹੜੇ ਕੋਈ ਕੰਮ ਹੈਗੇ ਆ, ਦਰਖਤਾਂ ਦੀ ਪ੍ਰੂਨਿੰਗ ਹੈ ਜਿਹੜੀ, ਉਹ ਇੱਕ ਚੁਣਿਆ ਹੋਇਆ MC ਉਹ ਕਰਵਾ ਨਹੀਂ ਪਾ ਰਿਹਾ। ਨਗਰ ਨਿਗਮ ਦੇ ਅਫਸਰ ਹੈ ਜਿਹੜੇ ਉਹਨੂੰ ਵੀ ਟਿੱਚ ਸਮਝਦੇ ਆ। ਉਹਨਾਂ ਦੀ ਮਸ਼ੀਨ ਪ੍ਰੂਨਿੰਗ ਮਸ਼ੀਨ ਵਾਲੇ ਵੀ, ਜਿਵੇਂ MC ਨੇ ਦੱਸਿਆ ਕਿ ਵੀ ਉਹ ਇਹਨਾਂ ਨੂੰ ਸੁਣ ਕੇ ਰਾਜੀ ਨਹੀਂ। ਦੇਖੋ ਜੀ ਕਿੰਨੀ ਖਰਾਬ ਹੈਗੀ ਆ। ਮੇਰੇ ਇਸ ਪਾਰਕ ਦਾ ਵਰਕ ਆਰਡਰ ਵੀ ਹੋਇਆ ਵਾ ਹੈਗਾ। ਇਹ ਟੋਹਬਾਲ ਲਾ ਕੇ ਗਰਿੱਲਾਂ ਦੇ ਨੀਚੇ ਟੋਹਬਾਲ ਕਰਕੇ ਗਰਿੱਲਾਂ ਉੱਤੇ ਲਾਣੀਆਂ ਜੀ, ਵਰਕ ਆਰਡਰ ਹੋਏ ਹੋਏ ਆ।
ਤੇ ਕੋਈ ਸੁਣਵਾਈ ਨਹੀਂ ਹੈਗੀ ਜੀ। ਅੱਜ ਹੋ ਜਾਊਗਾ, ਕੱਲ ਹੋ ਜਾਊਗਾ। ਐਸੀ ਸਾਹਿਬ ਤਾਂ ਇਹ ਕਹਿੰਦੇ ਆ ਜੀ ਆ ਮੇਰੇ ਝੂਲੇ ਬਜ਼ੁਰਗ ਹੁਣ ਪਾਰਕਾਂ ਦੇ ਵਿੱਚ ਬੈਠਣ ਵਾਸਤੇ ਆਉਂਦੇ ਆ ਤੇ ਝੂਲੇ ਟੁੱਟੇ ਹੋਏ ਆ। ਐਸੀ ਸਾਹਿਬ ਨੇ ਕਿਹਾ ਸੀਗਾ ਜੀ ਬਸ 2 ਦਿਨਾਂ 'ਚ ਮੈਡਮ ਤੁਹਾਡੇ ਵਾਰਡ ਦੇ ਵਿੱਚ ਮੈਂ 10 ਬੈਂਚ ਭੇਜਦਾ। ਅੱਜ ਮੈਂ ਕਹਿੰਦੀ ਇਹ 9 ਮਹੀਨੇ ਹੀ ਹੋ ਗਏ, ਕੋਈ ਬੈਂਚ ਨਹੀਂ ਆਇਆ, ਕੋਈ ਕੁਛ ਨਹੀਂ ਆਇਆ। ਐਸਡੀਓ ਸਾਹਿਬ ਨੂੰ ਵੀ ਕਿਹਾ ਜੀ, ਪਵਨਪ੍ਰੀਤ ਨੂੰ ਜੀ, ਮੇਰੇ ਪਾਰਕਾਂ ਦੀ ਹੈ ਦੇਖੋ ਸਫਾਈ ਨਹੀਂ ਹੋ ਰਹੀ ਹੈਗੀ ਜੀ, ਇਹ ਬੁਸ਼ ਕਟਰ ਨਾਲ ਘਾਹ ਕੱਟਿਆ ਜਾਵੇ। ਕੋਈ ਘਾਹ ਨਹੀਂ ਕੱਟਿਆ, ਇਦਾਂ ਝਾੜੂ ਜਾਂ ਮਾਰਿਆ ਹੈਗਾ, ਇਹ ਸਫਾਈ ਬਿਲਕੁਲ ਨਹੀਂ ਹੋਈ ਹੈਗੀ। ਨਾਲ ਦੇ ਵਾਰਡਾਂ ਵਿੱਚ ਲੋਕ ਜਾ ਜਾ ਕੇ ਇੰਨੇ ਪਰੇਸ਼ਾਨ ਹੁੰਦੇ ਆ ਵੀ ਇਹ ਪਾਰਕ ਦੀ ਇੰਨੀ ਕੰਡੀਸ਼ਨ ਖਰਾਬ ਹੈਗੀ ਆ ਕਿ ਕੋਈ ਸੁਣਵਾਈ ਨਹੀਂ ਸੁਣਦਾ ਹੈਗਾ ਸਾਡੀ ਜੀ। ਅਸੀਂ ਤਾਂ ਪਾਰਕਾਂ ਨੂੰ ਕਹਿੰਦੇ ਆ ਡਿਵੈਲਪ ਕਰਨ ਵਾਸਤੇ ਵੀ ਵਧੀਆ ਬਣਾਓ। ਝੂਲੇ ਟੁੱਟੇ ਹੋਏ ਆ, ਕਿੰਨੀ ਵਾਰੀ ਅਸੀਂ ਲੈਟਰ ਦੇ ਚੁੱਕੇ ਹਾਂ। ਹੁਣ ਸਾਡੇ ਸਿਰ ਤੋਂ ਵੀ ਪਾਣੀ ਲੰਘ ਗਿਆ ਵੀ ਪਤਾ ਨਹੀਂ। ਇੱਕ ਤਾਂ ਸਰਕਾਰ ਕਹਿੰਦੀ ਹੈ ਜੀ 50-50 ਲੇਡੀਜ਼ ਹੈ। ਹੁਣ ਜੇ ਇੱਕ ਲੇਡੀਜ਼ ਜੇ 50 ਲੇਡੀਜ਼ ਦੇ ਵਿੱਚ ਜੇ ਐਮਸੀ ਅਸੀਂ ਬਣ ਗਏ, ਪਬਲਿਕ ਨੇ ਸਾਨੂੰ ਬਣਾਇਆ ਕੰਮਾਂ ਵਾਸਤੇ, ਸਾਡਿਆਂ ਨੂੰ ਬਣਾਇਆ ਹੈਗਾ, ਤਾਂ ਹੁਣ ਇੱਕ ਲੇਡੀਜ਼ ਦੀ ਸਰਕਾਰ ਕੋਈ ਸੁਣਵਾਈ ਨਾ ਕਰੇ। ਲਾਹਨਤ ਹੈ ਮੈਂ ਜੀ ਸਰਕਾਰ ਨੂੰ, ਮੈਂ ਕਹਿੰਦੀ ਹਾਂ। ਕਿਉਂ ਲੇਡੀਜ਼ ਦੀ ਇੰਨੀ ਬੇਇੱਜ਼ਤੀ ਮਹਿਸੂਸ ਮੈਨੂੰ ਆਪਣੇ ਆਪ ਨੂੰ ਇੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿ ਮੈਂ ਪਬਲਿਕ ਨੂੰ ਕਿਵੇਂ ਮੂੰਹ ਦਿਖਾਵਾਂ। ਪਰ ਸਰਕਾਰ ਨੂੰ ਬਿਲਕੁਲ ਸ਼ਰਮ ਨਹੀਂ ਹੈਗੀ ਵੀ ਜਦੋਂ ਇੱਕ ਸਰਕਾਰਾਂ ਨੇ 50-50 ਲੇਡੀਜ਼ ਦਾ ਉਹਦਾ ਕਰਤਾ ਤਾਂ ਲੇਡੀਜ਼ ਦਾ ਮਾਣ ਮਰਿਆਦਾ ਮਾਣ ਦੇਣਾ ਚਾਹੀਦਾ ਹੈਗਾ ਲੇਡੀਜ਼ ਨੂੰ। ਲੇਡੀਜ਼ ਇੱਕ ਹਾਰਡ ਵਰਕਿੰਗ ਕੰਮ ਕਰਦੀ ਹੈ ਫੀਲਡ ਦੇ ਵਿੱਚ ਜਾ ਕੇ, ਲੋਕਾਂ ਦੀ ਸਮੱਸਿਆ ਸੁਣਦੀ ਆ, ਅੱਗੇ ਸਮੱਸਿਆ ਦੇ ਵਿੱਚ ਅਸੀਂ ਵਰਕ ਆਰਡਰ ਕਰਾਉਂਦੇ ਹਾਂ। ਆ ਇੱਕ ਮੇਰੇ ਵਾਰਡ ਦੇ ਵਿੱਚ ਹੁਣ 50 ਨੰਬਰ ਵਾਰਡ ਦੇ ਵਿੱਚ ਜਿਮ ਪਾਸ ਸੀਗੇ, ਸਾਡੇ ਵਰਕ ਆਰਡਰ ਹੋਏ ਹੋਏ ਸੀਗੇ। 12 ਪੀਸ ਜਿਮ ਦੇ ਪਾਸ ਹੋਏ ਹੋਏ ਆ। ਨਾਲ ਵਾਲੇ ਵਾਰਡ 'ਚ 12 ਪੀਸ ਜਿਮ ਦੇ ਲੱਗੇ ਆ। ਮੇਰੇ ਵਾਲੇ 'ਚ ਮੈਨੂੰ ਦੇਖ ਕੇ ਬੜਾ ਦੁੱਖ ਹੋਇਆ ਵੀ ਉਹ 12 ਪੀਸ ਦਾ ਜਿਮ ਪਾਸ ਸੀਗਾ, ਇਹ 8 ਬੇਸ ਕਿਉਂ ਬਣਾਇਆ। ਇਹ ਮੇਰੇ ਨਾਲ ਫਰਕ ਨਹੀਂ ਹੋ ਰਿਹਾ ਹੈਗਾ। ਇਹ ਸਰੇਆਮ ਅੰਨੇ ਤੇ ਅੰਨੇ ਨੂੰ ਵੀ ਦਿਖਦਾ ਹੈ ਵੀ ਇਹ ਮੇਰੇ ਨਾਲ ਇੰਨਾ ਧੱਕਾ ਹੋ ਰਿਹਾ ਹੈਗਾ। ਜੇ 12 ਨਹੀਂ ਲਾਣੇ ਨਹੀਂ ਲੱਗਦੀਆਂ ਸੀ ਕਿ ਨਾ ਲਾਓ, ਅਲੱਗ ਗੱਲ। ਜੇ ਲਾਣੀ ਹੈ ਤਾਂ ਪ੍ਰੋਪਰ ਪੂਰੀ ਲਾਣ। ਉਹ ਬਾਕੀ 4 ਪੀਸ ਗਏ ਕਿੱਥੇ। ਹੁਣ ਸਰਕਾਰ ਦਾ ਆਪਣਾ ਕਾਰਪੋਰੇਸ਼ਨ ਦਾ ਪੈਸਾ, ਪਬਲਿਕ ਦਾ ਪੈਸਾ, ਪਬਲਿਕ ਨੂੰ ਸਹੂਲਤਾਂ ਵੀ ਚਾਹੀਦੀਆਂ। ਹੁਣ ਪਬਲਿਕਾਂ ਨੂੰ ਸਹੂਲਤਾਂ ਹੀ ਨਹੀਂ ਮਿਲਦੀਆਂ। ਪਬਲਿਕ ਨੇ ਕਿ ਐਮਸੀ ਦੀ ਜਾਨ ਖਾਣੀ ਆ। ਪ੍ਰੂਨਿੰਗ ਮਸ਼ੀਨ ਨੂੰ ਮੰਗਾਉਂਦੇ ਆ ਜੀ, ਕਮਿਸ਼ਨਰ ਸਾਹਿਬ ਕਹਿੰਦੇ ਨੇ ਜੀ ਲੋਕੇਸ਼ਨ ਭੇਜ ਦਿਓ, ਲੋਕੇਸ਼ਨ ਭੇਜ ਦਿਓ। ਲੋਕੇਸ਼ਨ ਭੇਜ ਦਿੰਦੇ ਆ, ਮਸ਼ੀਨ ਕਦ ਆਉਂਦੀ ਮੈਨੂੰ ਪਤਾ ਵੀ ਨਹੀਂ। ਲੈਟਰਸ ਦਿੱਤੀਆਂ, ਸਾਰਾ ਕੁਝ ਕਰਤਾ, ਪਰ ਕੋਈ ਐਕਸ਼ਨ ਕੋਈ ਕਿਸੇ ਦਾ ਨਹੀਂ ਲੈਂਦਾ। ਉਹ ਉਸ ਦਿਨ ਉਧਰ ਆਏ ਸੀਗੇ, ਕਹਿੰਦੇ ਕੋਈ ਨਵਾਬ ਸਾਹਿਬ ਹੈ, ਉਹ ਜਦ ਕਹਿਣਗੇ ਤਾਂ ਕੱਟਾਂਗੇ। ਸੜਕਾਂ ਬਣਦੀਆਂ ਨਾ ਇੱਥੇ ਚਾਰੋਂ ਤਰਫ, ਸੜਕ ਜਦੋਂ ਬੰਦੀ ਲੁੱਕ ਪੈਂਦੀ ਹੈ ਤੇ ਬਕਾਇਦਾ ਭੈਣ ਜੀ ਬਾਰਿਸ਼ ਹੋਏ ਜੋ ਮਰਜ਼ੀ ਹੋਏ ਨਾਲ ਚੱਲਦੇ। ਕੋਈ ਐਮਸੀ ਇੰਨੇ ਨਹੀਂ ਉਹ ਕਰਦਾ। ਇਸ ਗੱਲ 'ਚ ਅਸੀਂ ਸਾਥ ਦਿੰਦੇ ਸਾਡਾ ਸਾਰੀ ਸੜਕਾਂ ਦੇ। ਫਿਰ ਬਾਹਰ ਆ ਕੇ ਲੋਕੀ ਕਹਿੰਦੇ ਸਾਡੇ ਘਰ ਦੇ ਉੱਤੇ ਬੜਾ ਉੱਚਾ ਹੈ ਜੀ, ਪਾਣੀ ਘੱਟ ਹੈ ਜੀ, ਇਹ ਨਾਲ ਘੁੰਮਦੇ ਬਾਰਿਸ਼ ਵਿੱਚ, ਨਾਲ ਲੁੱਕ ਪਾਉਂਦੇ। ਗਰਮੀ ਕਿੰਨੀ ਪਈ ਹੋਵੇ ਸਾਰਾ ਕਰਦੇ, ਪਰ ਜਿਹੜੇ ਇੱਥੇ ਜਾ ਕੇ ਪਤਾ ਨਹੀਂ ਕਿਉਂ ਇਹ ਭੇਦਭਾਵ ਜਿਹਾ ਹੋ ਰਿਹਾ, ਸਮਝ ਨਹੀਂ ਆਉਂਦੀ। ਅਸੀਂ ਤਰਸਦੇ ਰਹਿ ਜਾਂਦੇ ਹਾਂ ਵੀ ਭਾਈ ਪਿੱਛੇ ਵੀ ਸਾਡਾ ਇੱਕ ਪੇੜ ਦਾ ਸਿਰਫ ਕਟਿੰਗ ਕਰ ਦਿਓ, ਹੋਰ ਕੁਝ ਨਹੀਂ ਕਰਨਾ। ਇੱਕ ਮੇਰੇ ਵਰਕ ਆਰਡਰ ਹੋਏ ਹੋਏ ਸੀਗੇ ਜਿਹੜੇ ਕੰਮਾਂ ਦੇ, ਇਹ ਕਰਬ ਚੈਨਲਾਂ ਦੇ ਜੀ, ਉਹ ਅਨਥਰਾਈਜ਼ ਬੰਦੇ ਉਦਘਾਟਨ ਕਰ ਰਹੇ ਆ। ਲਾਹਨਤਾਂ ਜੀ। ਮੈਨੂੰ ਜਦੋਂ ਪਤਾ ਲੱਗਿਆ, ਜਦੋਂ ਮੈਂ ਦੇਖਿਆ ਜੀ, ਕਹਿੰਦੇ ਇਹ ਸਾਡੀ ਸਰਕਾਰ ਆ, ਸਾਨੂੰ ਪਾਵਰ ਮਿਲੀ ਹੋਈ ਹੈ ਜੀ, ਅਸੀਂ ਕੱਟਣੇ ਆ ਜੀ। ਜਦੋਂ ਮੇਰੀ ਉਹਨਾਂ ਨੇ ਇੰਨੀ ਬੇਇੱਜ਼ਤੀ ਕੀਤੀ ਆ, ਮਹੱਲੇ 'ਚ ਇਕੱਠੇ ਕਰਕੇ ਆ ਜੀ ਲੱਡੂ ਬਣਾਏ, ਹਾ ਹੀ ਕਰਕੇ ਦੰਦ ਕੱਢੇ, ਮੈਨੂੰ ਇੱਕ ਜਲੀਲ ਕੀਤਾ ਗਿਆ। ਮੈਨੂੰ ਫਿਰ ਕਾਰਵਾਈ ਕਰਨੀ ਪਈ, ਮੈਨੂੰ 112 ਨੰਬਰ ਤੇ ਪੁਲਿਸ ਬੁਲਾਉਣੀ ਪਈ ਹੈ। ਇਹ ਕਦੋਂ ਦੀ ਗੱਲ ਹੈ? ਇਹ ਹੋ ਗਈ ਜੀ ਮਹੀਨੇ, 1.5 ਮਹੀਨੇ ਦੀ ਗੱਲ ਹੈਗੀ ਆ। ਤੇ ਉਹਨਾਂ ਦੇ ਮੈਂ ਐਸਐਚਓ ਨੂੰ ਵੀ ਐਪਲੀਕੇਸ਼ਨ ਦਿੱਤੀ। ਕਿਸ ਚੀਜ਼ ਦਾ ਉਦਘਾਟਨ ਕਰਨਾ ਹੈ? ਇਹ ਉਦਘਾਟਨ ਜੀ ਮੇਰੇ ਵਰਕ ਆਰਡਰ ਹੋਏ ਸੀਗੇ ਕਰਬ ਚੈਨਲਾਂ ਦਾ ਕੰਮ ਜੀ। ਹੁਣ ਉਹ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਕਾਂਗਰਸ ਜੁਆਇਨਿੰਗ ਕੀਤੀ ਸੀਗੀ, ਉਹਨਾਂ ਦੀ ਸ਼ਹਿਰ ਨਾਲ ਉਹਨਾਂ ਨੇ ਜ਼ਬਰਦਸਤੀ ਉੱਥੇ ਟੱਕ ਲਾ ਕੇ ਲੱਡੂ ਵੰਡ ਕੇ ਤੇ ਕੰਮ ਸ਼ੁਰੂ ਕਰਵਾਇਆ ਹੈਗਾ। ਤੇ ਮੈਂ ਤਾਂ ਇਦਾਂ ਇੱਕ ਮੀਡੀਆ ਨੂੰ ਲੈ ਕੇ ਪਾਰਕਾਂ ਦੀ ਦਿਖਾਵੇ ਨੂੰ ਫਿਰਦੀ ਸੀਗੀ ਵੀ ਆ ਮੇਰੇ ਪਾਰਕਾਂ ਦਾ ਕੰਡੀਸ਼ਨ ਖਰਾਬ ਹੈਗੀ ਆ। ਮੈਂ ਉਹ ਕੰਮਾਂ ਵਾਸਤੇ ਜਦੋਂ ਗਈ ਤਾਂ ਉੱਥੇ ਦੇਖਿਆ ਤਾਂ ਕੰਮ ਹੋ ਰਿਹਾ, ਵਰਕ ਆਰਡਰ। ਉੱਥੇ ਕੁਦਰਤੀ ਉਹ ਠੇਕੇਦਾਰ ਖੜਿਆ ਸੀਗਾ। ਠੇਕੇਦਾਰ ਨੂੰ ਕਿਹਾ, ਮੈਂ ਕਿਹਾ ਉਹ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ। ਠੇਕੇਦਾਰ ਕਹਿੰਦਾ ਜੀ ਸਾਨੂੰ ਦਫ਼ਤਰ ਵੱਲੋਂ ਆ ਨੰਬਰ ਦਿੱਤੇ ਸੀਗੇ। ਮੈਂ ਕਿਹਾ ਕਿਹਦੇ ਨੰਬਰ ਦਿੱਤੇ ਸੀਗੇ? ਇੱਕ ਉਹ ਡਿਪਟੀ ਮੁੰਡਾ ਹੈਗਾ ਹਰਪ੍ਰੀਤ ਡਿਪਟੀ, ਇੱਕ ਨਵਾਬ, ਕਹਿੰਦੇ ਸਾਨੂੰ ਦੋਹਾਂ ਦੇ ਨੰਬਰ ਦਫ਼ਤਰ ਵੱਲੋਂ ਦਿੱਤੇ ਹੈਗੇ ਆ। ਮੈਂ ਕਿਹਾ ਇਹਨਾਂ ਨੇ ਉਦਘਾਟਨ ਕਰਨੇ ਆ? ਇੱਕ ਐਮਸੀ ਦਾ ਫਰਜ਼ ਬਣਦਾ ਸੀਗਾ ਉਦਘਾਟਨ ਕਰਨਾ। ਜੇ ਆਣਾ ਸੀਗਾ ਮੇਅਰ ਸਾਹਿਬ ਆਪ ਆ ਕੇ ਉਦਘਾਟਨ ਕਰਦੇ, ਸਾਨੂੰ ਕੋਈ ਉਹ ਨਹੀਂ ਸੀਗਾ। ਲੇਕਿਨ ਅਨਥਰਾਈਜ਼ ਬੰਦਿਆਂ ਤੋਂ ਉਦਘਾਟਨ ਕਰ ਰਹੇ। ਲਾਹਨਤ ਇਹੋ ਜਿਹੀ ਸਰਕਾਰ ਨੂੰ, ਇਹੋ ਜਿਹੀ ਕਾਰਪੋਰੇਸ਼ਨ ਨੂੰ। ਇੱਕ ਮੌਜੂਦਾ ਐਮਸੀ ਦਾ ਫਰਜ਼ ਬਣਦਾ ਸੀਗਾ ਇਹ ਕੰਮ ਕਰਾਉਣਾ। ਮੈਨੂੰ ਫਿਰ ਕਾਰਵਾਈ ਕਰਨੀ ਪਈ। ਮੈਂ ਐਸਐਸਪੀ ਨੂੰ ਵੀ ਲੈਟਰ ਦਿੱਤਾ, ਮੈਂ ਡੀਸੀ ਨੂੰ ਵੀ ਲੈਟਰ ਦਿੱਤਾ, ਕੰਪਲੇਨ ਕੀਤੀ ਇਹਨਾਂ ਦੀ, ਤੇ ਕਮਿਸ਼ਨਰ ਸਾਹਿਬ ਨੂੰ ਵੀ ਦੱਸਿਆ ਹੈਗਾ
ਵੀ ਇਹ ਮੇਰੇ ਨਾਲ ਇਦਾਂ ਬਦਸਲੂਕੀ ਕਰ ਰਹੇ ਹੈਗੇ ਆ ਵੀ ਇਹ ਕਦ ਕੁ ਤੱਕ ਚੱਲੂਗਾ ਇਹ ਇੰਨਾ ਵੀ ਧੰਦਲਾ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ। ਕਾਰਪੋਰੇਸ਼ਨ ਦੇ ਵਿੱਚ ਪੂਰੀ ਮਤਲਬ ਇਹਨਾਂ ਨੇ ਲੁੱਟ ਖਸੁੱਟ ਕੀਤੀ ਹੋਈ ਹੈਗੀ ਆ, ਪੈਸੇ ਦਾ ਮਿਸਯੂਜ਼ ਹੋ ਰਿਹਾ। ਸਰਕਾਰ ਪ੍ਰਾਪਰਟੀ ਟੈਕਸ ਲੋਕ ਦਿੰਦੇ ਆ, ਉਹ ਟੈਕਸ ਦਾ ਪੈਸਾ ਇਕੱਠਾ ਹੋ ਕੇ ਕਿੱਥੇ ਹੋ ਰਿਹਾ, ਕੀ ਹੋ ਰਿਹਾ, ਸਭ ਗਲਤ ਹੋ ਰਿਹਾ ਕੰਮ। ਪ੍ਰੋਪਰ ਚੈਨਲ ਠੀਕ ਨਹੀਂ ਹੋ ਰਹੇ ਹੈਗੇ। ਪਹਿਲੇ ਕੰਮ ਬੜੇ ਹੋਏ ਆ ਸਾਡੇ ਪਿਛਲੇ ਟਰਮ ਦੇ ਵਿੱਚ, ਬੜੇ ਸਾਫ਼ ਸੁਥਰੇ, ਕੋਈ ਠੇਕੇਦਾਰ ਨਾਲ ਕਿਸੇ ਨਾਲ ਰੁਕਾਵਟਾਂ ਨਹੀਂ, ਕਿਸੇ ਨਾਲ ਕੁਛ ਨਹੀਂ ਹੈਗਾ। ਇੱਕ ਮੇਰੀ ਦੀਵਾਰ ਦਾ ਕੰਮ ਪਾਸ ਹੋਇਆ ਸੀਗਾ, ਉਹਦਾ ਹੀ ਨਹੀਂ ਪਤਾ ਲੱਗ ਰਿਹਾ ਕੀ ਆ ਉਹ ਦੀਵਾਰ ਦਾ, ਕਿੱਥੇ ਗਈ ਦੀਵਾਰ ਮੇਰੀ। ਉਹ ਕਿਹੜੀ ਦੀਵਾਰ ਹੈ? ਉਹ ਸ਼ਾਸਤਰੀ ਮਾਡਲ ਸਕੂਲ ਦੇ ਵਿੱਚ ਯੂਟੀ ਨਾਲ ਮਿਲ ਕੇ ਅਸੀਂ ਉੱਥੇ ਸਫੈਦੇ ਸੀਗੇ। ਮੇਰੀ ਇੱਛਾ ਸੀਗੀ ਵੀ ਮੈਂ ਦੀਵਾਰ ਬਣਾਉਣੀ ਹੈ ਤਾਂ ਪ੍ਰੋਪਰ ਚੈਨਲ ਨਾਲ ਬਣਾਉਣੀ ਹੈਗੀ ਆ, ਵੀ ਦਰਖਤਾਂ ਨੂੰ ਅਸੀਂ ਕਟਾ ਕੇ ਫੇਰ ਕਰੀਏ। ਅਸੀਂ ਯੂਟੀ ਚੋਂ ਕਾਰਪੋਰੇਸ਼ਨ ਮਤਲਬ ਇਹ ਲੈਟਰਬਾਜ਼ੀ ਕਰਦੇ ਰਹੇ ਟਾਈਮ ਲੱਗਿਆ ਜੀ। ਦਰਖਤ ਕਟਾ ਕੇ ਜਦੋਂ ਮੈਂ ਦੀਵਾਰ ਬਣਾਉਣ ਦਾ ਕੰਮ ਕੀਤਾ ਸੀ, ਮੈਂ ਐਕਸੀਅਨ ਸਾਹਿਬ ਦੇ ਕੋਲ ਗਈ ਹਾਂ। ਮੈਂ ਕਿਹਾ ਜੀ ਸਾਡੀ ਉਹ ਦੀਵਾਰ ਦਾ ਕੰਮ, ਉਹ ਪਤਾ ਨਹੀਂ ਗੱਲੇ ਨਹੀਂ ਕਰੀ ਹੈਗੀ, ਸੁਣਿਆ ਜੀ। ਦੇਖਦੇ ਹਾਂ ਇਹ ਮੈਨੂੰ ਲੱਗਦੀ 4 ਸਾਲ ਹੋ ਗਏ ਦੀਵਾਰ ਦਾ ਕੰਮ ਮੇਰਾ। ਨਾ ਸੌਰੀ, ਉਹ ਦੀਵਾਰ ਕਿਸ ਚੀਜ਼ ਦੀ? 8-9 ਮਹੀਨੇ ਹੋ ਗਏ ਉਹ ਦੀਵਾਰ ਦੇ ਕੰਮ ਦਾ, ਜਿਹੜਾ ਮੇਰਾ ਐਸਟੀਮੇਟ ਸੀਗਾ ਉਹ ਗਿਆ ਕਿੱਥੇ ਮੈਨੂੰ। ਕਿਸ ਚੀਜ਼ ਦੀ ਦੀਵਾਰ ਬਣਾਉਣੀ ਹੈ ਉੱਥੇ ਤੁਸੀਂ? ਇਹ ਉੱਥੇ ਯੂਟੀ ਦੇ ਨਾਲ ਗਲਤ ਆਨਸਰ ਅੰਦਰ ਆਉਂਦੇ ਆ, ਨਾਲ ਕੋਠੀਆਂ ਵਾਲੇ ਨੂੰ ਦਿੱਕਤਾਂ ਸੀਗੀਆਂ। ਚੰਡੀਗੜ੍ਹ ਮੋਹਾਲੀ ਦੀ ਬਾਉਂਡਰੀ ਵਾਲ, ਹਾਂ ਬਾਉਂਡਰੀ ਵਾਲ ਕਰਾਉਣੀ ਸੀਗੀ ਅਸੀਂ। ਉਹਦੇ ਵਿੱਚ ਉਹ ਦਰਖਤ, ਉਹ ਬਾਉਂਡਰੀ ਵਾਲ ਕਿੱਥੇ ਆ ਕਿੱਥੇ ਨਹੀਂ ਹੈ, ਉਹ ਮੇਰੀ ਇੱਦਾਂ ਲਟਕੀ ਹੋਈ ਆ, ਅੱਧ ਵਿਚਾਲੇ ਪਈ ਆ। ਉਹ ਬਾਲ ਅਜੇ ਤੱਕ ਬਣੀ ਨਹੀਂ ਹੈਗੀ। ਕਈ ਵਾਰੀ ਅਸੀਂ ਕਹਿ ਚੁੱਕੇ ਹਾਂ, ਕਮਿਸ਼ਨਰ ਸਾਹਿਬ ਨੂੰ ਵੀ ਦੱਸਦੇ ਜੀ ਉਹਦੀ ਬਾਉਂਡਰੀ ਵਾਲ ਕਰਾ ਦਿਓ ਜੀ, ਦਰਖਤ ਹੁਣ ਕੱਟ ਹੋ ਗਿਆ, ਉਹਦਾ ਕੰਮ ਕਰਵਾਓ ਜੀ। ਕਰਾਉਂਦੇ ਆ, ਕੀ ਪਤਾ ਕੀ ਹੋ ਰਿਹਾ ਕੀ ਨਹੀਂ। ਹਾਂਜੀ, ਸਾਡੀ ਸਮੱਸਿਆ ਤਾਂ ਹੈਗੀਆਂ, ਤਾਂ ਬਹੁਤ ਜ਼ਿਆਦਾ ਹੈਗੀਆਂ ਸਮੱਸਿਆਵਾਂ। ਪਰ ਦੱਸੀਏ ਕਿ ਇੱਕ ਤਾਂ ਸਾਡੀ ਪੇੜ ਦੀ ਹੈਗੀ ਹੈ, ਜਿਹੜੀ ਪੇੜ ਹੈਗੇ ਜਿਸ ਤਰ੍ਹਾਂ ਸੁੱਕੇ ਪੇੜ ਹੈਗੇ, ਉਹਨਾਂ ਨੂੰ ਕਿੰਨੀ ਵਾਰੀ ਸਾਡੇ ਐਮਸੀ ਭੈਣ ਜੀ ਹੈਗੇ, ਇਹਨਾਂ ਨੇ ਫੋਟੋਆਂ ਖਿੱਚ ਕੇ ਦਿੱਤੀਆਂ, ਲੈਟਰਸ ਦਿੱਤੀਆਂ, ਸਾਰਾ ਕੁਝ ਕਰਤਾ, ਪਰ ਕੋਈ ਐਕਸ਼ਨ ਕੋਈ ਕਿਸੇ ਦਾ ਨਹੀਂ ਲੈਂਦਾ। ਜਦਕਿ ਹਰੇ ਪੇੜ ਕਹਿੰਦੇ ਨਾ ਕੱਟੋ ਤਾਂ ਫਾਈਨ ਹੁੰਦਾ ਹੈ, ਸੁੱਕੇ ਪੇੜਾਂ ਦਾ ਕੋਈ ਕੁਝ ਉਹ ਨਹੀਂ ਹੈਗਾ। ਹਰੇ ਪੇੜ ਕੱਟ ਵੀ ਰਹੇ ਹੈ ਬਹੁਤ ਜਗ੍ਹਾ, ਮੈਂ ਫੋਟੋਆਂ ਦੇ ਭੇਜਦਾ ਨਾ ਖਿੱਚ ਕੇ, ਤੇ ਉਹ ਕਟਿੰਗ ਵੀ ਨਹੀਂ ਕਰਦੇ। ਅਸੀਂ ਜੜ ਤੋਂ ਕੱਟਣ ਨੂੰ ਨਹੀਂ ਕਹਿ ਰਹੇ, ਕਟਿੰਗ ਵੀ ਨਹੀਂ ਕਰਦੇ ਹੈਗੇ। ਮੈਨੂੰ ਲੱਗਦਾ 6-7 ਮਹੀਨੇ ਹੋ ਗਏ ਰੱਖੇ ਨੂੰ, ਫੋਟੋਆਂ ਵੀ ਚਲੇ ਗਈ, ਕੱਟਣਾ ਨਹੀਂ। ਜਦੋਂ ਗਿਰਨਗੇ ਨਾ ਸਾਡੇ ਘਰਾਂ ਦੇ ਉੱਤੇ, ਉੱਧਰ ਗਿਰਨਗੇ, ਸਾਰਾ ਟੁੱਟੇਗਾ ਤੇ ਉਹ ਫਾਈਨ ਅਸੀਂ ਆਪੇ ਆਪਣਾ ਘਰ ਕਰਾਵਾਂਗੇ। ਸਰਕਾਰ ਤੋਂ ਜ਼ਿੰਮੇਵਾਰ ਨਹੀਂ ਹੈ ਨਾ, ਕੌਣ ਜ਼ਿੰਮੇਵਾਰ ਹੈ? ਅਸੀਂ ਹੈ। ਕੋਈ ਜਿਹੜੀ ਨਗਰ ਨਿਗਮ ਦੀ ਟਰੀ ਪ੍ਰੂਨਿੰਗ ਮਸ਼ੀਨ ਵਾਲੇ ਨਹੀਂ ਤੁਹਾਡੇ ਕੋਲ ਇੱਧਰ ਆਉਂਦੇ ਹੈਗੇ? ਕੋਈ ਨਹੀਂ ਆਉਂਦੇ। ਉਹ ਉਸ ਦਿਨ ਉੱਧਰ ਆਏ ਸੀਗੇ, ਕਹਿੰਦੇ ਕੋਈ ਨਵਾਬ ਸਾਹਿਬ ਹੈ, ਉਹ ਜਦ ਕਹਿਣਗੇ ਤਾਂ ਕੱਟਾਂਗੇ। ਹੁਣ ਹਰੇ ਕੀ ਕਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਨਵਾਬ ਸਾਹਿਬ ਕੌਣ ਹੈ। ਅਸੀਂ ਸਿਰਫ ਆਪਣੇ ਐਮਸੀ ਨੂੰ ਜਾਣਦੇ ਹਾਂ, ਉਹੀ ਸਾਡੇ ਸਾਰੇ ਹੈ ਇੱਥੇ ਦੇ। ਜੋ ਅਸੀਂ ਕੋਈ ਵੀ ਪ੍ਰੋਬਲਮ ਹੈ ਅਸੀਂ ਉਹਨਾਂ ਨੂੰ ਦੱਸਦੇ ਹਾਂ। ਇਹਨਾਂ ਨੇ ਸਾਰਾ ਕੁਝ ਕਰਤਾ, ਦੇਤਾ, ਲਿਖਤਾ, ਕਰਤਾ, ਪਰ ਕੋਈ ਐਕਸ਼ਨ ਹੀ ਨਹੀਂ ਹੈ। ਪੇੜ ਕੱਟਣੇ ਕੀ ਹੈ, ਉਹਨਾਂ ਨੂੰ ਕਟਿੰਗ ਕਰਨੀ ਹੈ ਵੀ ਗਿਰਨ ਨਾ। ਤਾਂ ਸੁੱਕੇ ਪੇੜ ਕਹਿੰਦੇ ਸੁੱਕਾ ਦਰਖਤ ਤੋਂ ਕਿਸੇ ਦੇ ਘਰ ਦੇ ਅੱਗੇ ਵੈਸੇ ਨਾ ਹੋਏ। ਇਹ ਤੁਸੀਂ ਪੇੜ ਵੀ ਨਹੀਂ ਕੱਟਣ ਦਿੰਦੇ ਇਹਨਾਂ ਨੂੰ, ਪੇੜ ਵੀ ਨਹੀਂ ਕੱਟਦੇ। ਕੀ ਕਰੀਏ ਕਿਸੇ? ਅਸੀਂ ਜੇ ਕੱਟਾਂਗੇ ਸਾਡੇ ਤੇ ਐਕਸ਼ਨ ਆ ਜਾਣਾ ਜੀ, ਇਹ ਤੁਸੀਂ ਪੇੜ ਕੱਟਤਾ। ਟਰੀ ਪ੍ਰੂਨਿੰਗ ਨਾ ਹੋਣ ਨਾਲ ਪ੍ਰੋਬਲਮ ਕੀ ਆਉਂਦੀ ਤੁਹਾਨੂੰ ਜੀ? ਪ੍ਰੋਬਲਮ ਹੁੰਦੀ ਹੈ, ਕੀ ਹੁੰਦੀ ਹੈ ਕਿ ਤੇ ਲਾਈਟਾਂ ਲਗਵਾਈ ਹੋਈਆਂ, ਪਹਿਲਾਂ ਤਾਂ ਲਾਈਟਾਂ ਵਿੱਚ ਫਸੀ ਹੋਈਆਂ, ਲਾਈਟ ਆਂਦੀ ਨਹੀਂ ਹੈ। ਧੁੱਪ, ਸਾਡੇ ਪਿੱਛੇ ਬਜ਼ੁਰਗ ਹੈਗੇ, ਮੇਰੇ ਮੰਮੀ ਡੈਡੀ ਬਜ਼ੁਰਗ ਹੈ, ਉਹ ਅੱਗੇ ਨਹੀਂ ਆ ਸਕਦੇ, ਪਿੱਛੇ ਵਿਹੜੇ 'ਚ ਬੈਠੇ, ਠੰਡ ਵਿੱਚ ਕੁੰਗੜੇ ਬੈਠੇ ਰਹੋ। ਪੇੜ ਦੀ ਕਟਿੰਗ ਕਰਾਣੀ ਹੈ ਸਿਰਫ, ਕਿ ਉਹਨੂੰ ਜੜ ਤੋਂ ਨਹੀਂ ਕਢਵਾ ਰਹੇ, ਕਟਿੰਗ ਕਰ ਦਿਓ ਵੀ ਧੁੱਪ ਤੋਂ ਆਏ। ਉਹ ਨਾਲ ਵਾਲੇ ਅੰਕਲ ਹੈਗੇ, ਉਹ ਵੀ ਰਿਟਾਇਰ ਹੈਗੇ ਡੀਐਸਪੀ, ਉਹ ਵੀ ਕਹਿੰਦੇ ਹੈ, ਉਹ ਵੀ ਨਹੀਂ ਉੱਥੇ ਕਰਦੇ। ਤੇ ਫਾਇਦਾ ਕੀ ਹੋਇਆ? ਸੀ ਕਿਸ ਨੂੰ ਕਹੀਏ ਜਾ ਕੇ? ਪਰ ਨਗਰ ਨਿਗਮ ਵਾਲੇ ਕਹਿੰਦੇ ਜੀ ਉਹਨਾਂ ਦੀ ਮਸ਼ੀਨ ਜਿਹੜੀ ਸ਼ਹਿਰ ਦੇ ਵਿੱਚ ਪੂਰੀ ਘੁੰਮ ਰਹੀ ਹੈ, ਟਰੀ ਪ੍ਰੂਨਿੰਗ ਕਰ ਰਹੀ ਹੈ। ਜੇ ਪੂਰੀ ਘੁੰਮ ਰਹੀ ਹੁੰਦੀ ਤਾਂ ਇਹ ਪੇੜ ਦੇ ਦਿਖਾ ਦਿਓ ਇਹਨਾਂ ਨੂੰ, ਉਧਰ ਸਾਰੇ ਦਿਖਾ ਦਿਓ, ਇਹ ਦਿਖਾ ਦਿਓ, ਕਿਉਂ ਨਹੀਂ ਆਉਂਦੀ? ਉਸ ਦਿਨ ਉੱਥੇ ਆਈ ਸੀਗੀ ਸਾਹਮਣੇ ਗਰਾਊਂਡ 'ਚ, ਅਸੀਂ ਉਹਨਾਂ ਨੂੰ ਜਾ ਕੇ ਵੀ ਕਿਹਾ, ਉਹ ਕਹਿੰਦੇ ਜੀ ਜਦ ਤੱਕ ਉਹਨਾਂ ਦਾ ਆਰਡਰ ਨਹੀਂ ਹੋਏਗਾ ਤੁਸੀਂ ਉਹਨਾਂ ਨੂੰ ਕਹੋ, ਉਹ ਕਰਨਗੇ। ਮੈਂ ਕਿਹਾ ਕੌਣ ਕਹਿੰਦਾ ਜਾਏ? ਉਹਨਾਂ ਨੂੰ ਕਹਿਤਾ ਇੱਥੇ ਆ ਕੇ ਦੇਖ ਕੇ ਗਏ? ਕਹਿੰਦੇ ਨਹੀਂ ਜੀ ਇਹ ਸੁੱਕੇ ਪੇੜ ਆ, ਅਸੀਂ ਕੱਟ ਨਹੀਂ ਸਕਦੇ। ਮੈਂ ਕਿਹਾ ਗਿੱਲੇ ਕੱਟ ਦਿਓ, ਦੇਖਾਂਗੇ ਜੀ, ਆਵਾਂਗੇ ਜੀ। ਕੋਈ ਕੁਝ ਨਹੀਂ ਉਹ ਕਰਦਾ। ਮੈਂ ਤਾਂ ਦਿਲ ਆਉਂਦਾ ਨਾ ਮੈਨੂੰ, ਮੈਂ ਕਿਹਾ ਮੈਂ ਆਪੇ ਲੈ ਕੇ ਕਟਿੰਗ ਕਰਦਾ। ਫਿਰ ਕਹਿੰਦੇ ਕਿ ਕਰ ਦੇਂਗੇ, ਕਿ ਤੁਸੀਂ ਕਹਿ ਦੋਗੇ ਵੀ ਕੱਟਦੇ ਜੀ ਪੇੜ ਕੱਟਦੇ। ਤੇ ਤੁਹਾਨੂੰ ਇਹਦੇ ਬਾਰੇ ਕਿਹਨੂੰ ਜ਼ਿੰਮੇਵਾਰ ਸਮਝਦੇ ਤੁਸੀਂ? ਕੌਣ ਨਹੀਂ ਕਰ ਰਿਹਾ? ਸਰਕਾਰ ਜੋ ਨਹੀਂ ਕਰਨ ਦੇ ਰਹੀ ਹੈ, ਨਾ ਆਪ ਕਰ ਰਹੀ ਹੈ। ਕਰਨ ਵਾਲੇ ਬੈਠੇ ਹੈ, ਇਹ ਬੈਠੇ ਹੈ ਨਾ ਕਰਨ ਵਾਲੇ, ਇਹਨਾਂ ਨੂੰ ਕਰਨ ਦਿਓ। ਤਾਂ ਇਹਨਾਂ ਨੂੰ ਵੀ ਇਹ ਫੋਟੋਆਂ ਭੇਜ ਦੇਣਗੇ, ਇਹ ਕਰ ਦੇਣਗੇ, ਸਾਰਾ ਕੁਝ ਕਰਤਾ। ਤੁਹਾਨੂੰ ਲੱਗਦਾ ਵੀ ਐਮਸੀ ਵੀ ਜਿਹੜੇ ਮਜਬੂਰ ਹੈ? ਮਜਬੂਰੀ ਹੋ ਗਏ ਜੇ ਉਹਨਾਂ ਨੂੰ ਕਹਿ ਦਿਓ ਜੀ ਤੁਸੀਂ ਜੋ ਆਪਣਾ ਆਸ-ਪਾਸ ਦੇ ਏਰੀਆ ਜੋ ਕੁਝ ਕਰਾਓ, ਤੁਸੀਂ ਜ਼ਿੰਮੇਵਾਰ ਕਰਵਾਓ।
ਜੇ ਇਹਨਾਂ ਨੂੰ ਕਰਨ ਨਹੀਂ ਦੇਂਗੇ ਤਾਂ ਇਹ ਕੀ ਕਰਨਗੇ? ਐਮਸੀ ਆਫਿਸ ਤੁਸੀਂ ਕਦੇ ਗਏ ਫਿਰ ਵੀ ਉੱਥੇ ਜਾ ਕੇ ਨਹੀਂ, ਸਾਡਾ ਆਫਿਸ ਐਮਸੀ ਅਸੀਂ ਇੱਥੇ ਹੀ ਹੈਗੇ, ਸਾਰਾ ਕੁਝ ਸਾਡਾ ਹੀ ਹੈ। ਅਸੀਂ ਇੱਥੇ ਇਹਨਾਂ ਕੋਲ ਜਾ ਕੇ ਫਰਿਆਦ ਕਰਾਂਗੇ ਜਾ ਕੇ। ਉਹ ਉੱਥੇ ਕੀ ਕਰਦੇ, ਜਦੋਂ ਉਹਨਾਂ ਕਹਿ ਤਾ ਵੀ ਇੱਥੇ ਦੇਖ ਲਓ ਜੀ, ਇਹ ਕਰ ਲਓ ਜੀ, ਦੇਖਿਆ ਇੰਜ ਕਰਿਆ, ਉੱਪਰ ਦੇਖਿਆ, ਚਲੋ ਜੀ ਤਾਰਾਂ ਬਣੀਆਂ। ਇਹ ਜੇ ਤਾਰਾਂ ਦਾ ਜਾਲ ਪਿਆ ਹੋਇਆ ਹੈ ਨਾ, ਪਿੰਡਾਂ 'ਚ ਵੀ ਨਹੀਂ ਨਾ ਹੋਣਾ। ਇਹ ਕਿਸ ਵਾਸਤੇ ਰੱਖੇ ਹੋਏ पेड़ ਵੀ ਤਾਰਾਂ ਬੰਨ ਦਿਓ, ਉਹ ਕੇਬਲ ਵਾਲੇ ਆਪਣੇ ਬਣ ਗਏ, ਦੂਸਰੇ ਵਾਲੇ ਆਪਣੇ ਬਣ ਗਏ, ਕੀ ਫਾਇਦਾ ਹੋਇਆ? ਪਿਛਲੇ ਦਰਖਤ ਤੁਸੀਂ ਮੈਂ ਦਿਖਾ ਦਿਓ, ਤੁਸੀਂ ਕਰ ਤਾਂ ਰਹੇ ਹੋ, ਬਜ਼ੁਰਗ ਉਹ ਕਰਨ, ਤੁਸੀਂ ਰੱਖੇ पेड़ ਵੀ ਜਿਸ ਕਰਕੇ ਥੋੜੀ ਛਾਂ। ਇਹ ਥੋੜੀ ਕਿ ਲੋਕਾਂ ਦੀ ਧੁੱਪ ਵੀ ਅੰਦਰ ਵਿਹੜੇ 'ਚ ਕੈਦ ਕਰਕੇ ਰੱਖੇ ਹੋਏ ਹਾਂ ਅਸੀਂ। ਆਪਾਂ ਕਟਿੰਗ ਤੋਂ ਕਰਵਾ ਦਿਓ ਬਸ, ਸਿਰਫ ਸਾਨੂੰ ਇਹੀ ਕਹਿਣਾ ਸਰਕਾਰ ਨੂੰ, ਹੋਰ ਕੀ ਕਹਿਣਾ? ਸਰਕਾਰ ਤੋਂ ਕੀ ਕਰਨਾ? ਉਹਨਾਂ ਨੇ ਆਰਡਰ ਕਰਨ ਵਾਲੇ ਬੈਠੇ ਨਾ, ਇਹਨੂੰ ਕਰਨ ਤੋਂ ਦਿਓ ਨਾ। ਕਰਨ ਹੀ ਨਹੀਂ ਦੇਣਗੇ ਤਾਂ ਫਿਰ ਇਹ ਕੀ ਕਰਨਗੇ? ਉਹਨਾਂ ਨੂੰ ਐਮਸੀ ਬਣਾਇਆ ਕਿਸ ਵਾਸਤੇ? ਇਸੇ ਕਰਕੇ ਬਣਾਇਆ ਕਿ ਲੋਕਾਂ ਦੀ ਗੱਲਾਂ ਸੁਣਨ ਤੇ ਦੱਸਣ ਅੱਗੇ ਜਾ ਕੇ। ਇਹੀ ਸਭ ਤੋਂ ਵੱਡੀ ਪ੍ਰੋਬਲਮ ਹੀ ਸਭ ਤੋਂ ਵੱਡੀ ਆ ਰਹੀ। ਜਦੋਂ ਇਹ ਹੋ ਗਿਆ ਸਾਰਾ ਕੁਝ ਗਿਰੇਗਾ ਤੇ ਘਰ ਟੁੱਟਣਗੇ, ਆਪਾਂ ਜ਼ਿੰਮੇਵਾਰ ਆਪਾਂ ਹੀ ਹੈ। ਕੋਈ ਕੌਣ ਬਣਾਏਗਾ? ਸਰਕਾਰ ਆਏਗੀ ਇੱਥੇ ਕਿੱਟ ਵੀ ਲਾਉਣ ਵੀ ਹਾਂ ਟੁੱਟ ਗਿਆ ਤੁਹਾਡੇ ਘਰ ਜੀ। 35-40 ਫੁੱਟ ਦੇ ਪੇੜ ਹੋ ਗਏ ਕੋਠੀਆਂ ਦੇ। ਮੇਰਾ ਨਾਮ ਗੁਰਜੀਤ ਸਿੰਘ ਹੈ, ਮੈਂ ਇਸੇ ਫੇਜ਼ 1 ਦਾ ਵਸਨੀਕ ਹਾਂ। ਇੱਥੇ ਸਾਨੂੰ ਪ੍ਰੋਬਲਮਸ ਹੈ ਤੇ ਪੇੜ ਦੇ, ਜਿਸ ਤਰ੍ਹਾਂ ਹੁਣ ਮੈਡਮ ਨੇ ਦੱਸਿਆ, ਦਰਖਤ ਬਹੁਤ ਉੱਚੇ ਹੋ ਚੁੱਕੇ ਹੈ। ਟਾਈਮ ਟੂ ਟਾਈਮ ਪ੍ਰੂਨਿੰਗ ਹੋਣੀ ਚਾਹੀਦੀ ਇਹਨਾਂ ਨੂੰ, ਤੇ ਉਹ ਪ੍ਰੂਨਿੰਗ ਹੁੰਦੀ ਨਹੀਂ। ਤੇ ਹੁਣ ਇਹ ਹਿਸਾਬ ਹੈ ਕਿ 35 ਤੋਂ ਲੈ ਕੇ 40 ਫੁੱਟ ਦੇ ਦਰਖਤ ਹੋ ਚੁੱਕੇ ਨੇ। ਔਰ ਜਦ ਵੀ ਥੋੜੀ ਜਿਹੀ ਵੀ ਹਵਾ ਆਉਂਦੀ ਹੈ, ਸਾਨੂੰ ਇਹਨਾਂ ਡਰ ਲੱਗਦਾ ਕਿ ਕੋਈ ਦਾਣ ਟੁੱਟ ਕੇ ਸਾਡੇ ਘਰਾਂ ਦੇ ਉੱਤੇ ਨਾ ਡਿੱਗ ਜਾਏ। ਇੰਨੇ ਵੱਡੇ ਪੇੜ ਹੋ ਗਏ। ਨਹੀਂ, ਅਸੀਂ ਕਦੀ ਵੀ ਨਹੀਂ ਦੇਖੀ ਇੱਥੇ ਟਰੀ ਪ੍ਰੂਨਿੰਗ ਮਸ਼ੀਨ ਸਾਡੇ ਇੱਥੇ ਇਸ ਇਲਾਕੇ 'ਚ ਆਈ ਹੋਏ। ਐਮਸੀ ਸਾਹਿਬ ਨਾਲ ਕਈ ਵਾਰ ਅਸੀਂ ਉਹਨਾਂ ਨੂੰ ਰਿਮਾਈਂਡ ਵੀ ਕਰਵਾਇਆ, ਉਹ ਕਹਿੰਦੇ ਜੀ ਭੇਜਾਂਗੇ, ਲੇਕਿਨ ਇਹਨਾਂ ਦਾ ਵੀ ਲੱਗਦਾ ਵਸ ਨਹੀਂ ਚੱਲਦਾ ਐਮਸੀ ਤੇ ਉੱਥੇ। ਤੇ ਇੱਕ ਤੇ ਇਹ ਜਿਹੜੀ ਪੇੜਾਂ ਦੀ ਪ੍ਰੋਬਲਮ, ਦੂਸਰੀ ਨਾ ਤਾਰਾਂ ਦਾ ਜਾਲ ਇੰਨਾ ਜ਼ਿਆਦਾ ਹੈ ਇੱਥੇ। ਕਮਰਸ਼ੀਅਲ ਜਿਹੜੀ ਹੈਗੀ ਆ ਬਿਲਡਿੰਗ ਹੈਗੀ ਆ, ਇਹਨਾਂ ਸਾਰਿਆਂ ਨੇ ਸਪਲਾਈ ਜਿਹੜੀ ਹੈ ਲਾਈਨ ਇੱਥੋਂ ਕ੍ਰਾਸ ਕਰਕੇ ਨਾ ਰੋਡ ਤੋਂ ਲਈ ਹੈ। ਇੱਥੋਂ ਤੱਕ ਕਿ ਜਿਹੜੀ ਕੇਬਲ ਦੀ ਲਾਈਨਾਂ ਵੀ ਹੈ, ਉਹ ਵੀ ਇੱਥੋਂ ਉੱਪਰੋਂ ਪੇੜਾਂ ਦਾ ਵਿੱਚੋਂ ਲੈ ਕੇ ਪਾਸ ਕਰਕੇ ਤੇ ਕਰ ਰਹੇ। ਉਹਦੇ ਕਰਕੇ ਨੇ ਇੰਨੀ ਓਬਸਟਰਕਸ਼ਨ ਹੈਗੀ ਹੈ ਇੱਥੇ। ਤੁਸੀਂ ਦੇਖੋ ਤਾਰਾਂ ਹੀ ਤਾਰਾਂ ਹੋਈਆਂ ਪਈਆਂ ਇੱਥੇ। ਆਏ ਦਿਨ ਕੋਈ ਵੀ ਗੱਡੀਆਂ ਆਉਂਦੀਆਂ ਨਾ, ਤਾਰਾਂ ਤੋੜ ਕੇ, ਕੇਬਲ ਤੋੜ ਕੇ ਚਲੀ ਜਾਂਦੀਆਂ। ਉਹਦੇ ਨਾਲ ਸਾਡੇ ਇੰਟਰਨੈਟ ਦੀ ਸਪਲਾਈ ਵੀ ਰੁਕ ਜਾਂਦੀ ਹੈ, ਕਦੀ ਟੈਲੀਫੋਨ ਦੀ ਲਾਈਨ ਵੀ ਡਿਸਟਰਪਟ ਹੋ ਜਾਂਦੀ ਹੈ। ਤੇ ਸਾਡੀ ਬੇਨਤੀ ਇਹ ਹੈ, ਸਾਨੂੰ ਬੜਾ ਸੋਹਣਾ ਲੱਗਦਾ ਨਵੇਂ ਸੈਕਟਰ ਜਾਈਏ ਨਾ ਤਾਂ ਬਿਲਕੁਲ ਕਿਤੇ ਵੀ ਕੋਈ ਖੰਭਾ ਨਹੀਂ ਦਿਖਦਾ, ਤਾਰ ਵੀ ਨਹੀਂ ਦਿਖਦੇ। ਅਸੀਂ ਚਾਹੁੰਦੇ ਹਾਂ ਵੀ ਐਮਸੀ ਨੂੰ ਜਿਹੜੇ ਪੁਰਾਣੇ ਫੇਜ਼ ਹੈਗੇ ਆ, ਜਿੱਥੋਂ ਮੋਹਾਲੀ ਸ਼ੁਰੂ ਹੋਈ ਸੀ, ਖਾਸ ਕਰ ਪਹਿਲੇ ਫੇਜ਼ ਔਰ ਇਹ ਜਿਹੜੇ ਇੱਥੋਂ ਲੈ ਕੇ 7 ਫੇਜ਼, ਇਹਨਾਂ ਦਾ ਵੀ ਧਿਆਨ ਦਿੱਤਾ ਜਾਵੇ। ਜਿਹੜੇ ਖੰਭੇ ਹੈਗੇ ਆ, ਜਿਹੜੇ ਤਾਰਾਂ ਹੈ, ਇਹਨਾਂ ਨੂੰ ਘੱਟੋ ਘੱਟ ਅੰਡਰਗਰਾਊਂਡ ਕੁਝ ਕਰਨ, ਤਾਂ ਕਿ ਇਹ ਜਿਹੜੀ ਓਵਰ ਹੈਡ ਜਿਹੜੀ ਹੈਗੀ ਇਹਦੇ ਨਾਲ ਸਾਨੂੰ ਡਰ ਰਹਿੰਦਾ ਹਮੇਸ਼ਾ। ਗੱਡੀਆਂ ਕ੍ਰਾਸ ਕਰਦੀਆਂ, ਕਿਤੇ ਗਿਰ ਜਾਏ, ਕੋਈ ਹਾਦਸਾ ਹੋ ਸਕਦਾ ਹੈ। ਬਿਜਲੀ ਦੀ ਹੈਗੀਆਂ, ਦੂਸਰੀ ਕੇਬਲ ਦੀਆਂ ਹੈਗੀਆਂ। ਔਰ ਬਾਕੀ ਆਪਣੀ ਪੇੜਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪੇੜਾਂ ਦੀ ਜਿਹੜਾ ਟਾਈਮ ਟੂ ਟਾਈਮ ਪ੍ਰੂਨਿੰਗ ਹੋਣੀ ਚਾਹੀਦੀ ਹੈ। ਇਹਦੇ ਕਰਕੇ ਸਾਨੂੰ ਬਹੁਤ ਪ੍ਰੋਬਲਮ ਹੈ, ਕਿਉਂਕਿ ਤੁਹਾਨੂੰ ਮੈਂ ਦਿਖਾਵਾਂਗਾ ਵੀ ਇੱਥੇ 35 ਤੋਂ 40 ਫੁੱਟ ਦਾ ਪੇੜ ਹੋ ਗਿਆ। ਥੋੜ੍ਹੀ ਜਿਹੀ ਹਵਾ ਆਉਂਦੀ ਨਾ, ਸਾਨੂੰ ਡਰ ਲੱਗਦਾ ਵੀ ਇਹ ਕਿਤੇ ਡਿੱਗ ਨਾ ਜਾਏ, ਬਹੁਤ ਵੱਡਾ ਨੁਕਸਾਨ ਹੋ ਸਕਦਾ। ਤੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਐਮਸੀ ਨੂੰ ਹਾਂ ਇਹਦੇ ਅਸੀਂ ਕਈ ਵਾਰ ਗਏ ਹਾਂ ਜੀ। ਅਸੀਂ ਜਾਂਦੇ ਹਾਂ, ਐਕਚੁਅਲੀ ਅਸੀਂ ਆਪਣੇ ਐਮਸੀ ਦੇ ਮਾਰਫਤ ਹੀ ਉੱਥੇ ਜਾਂਦੇ ਹਾਂ, ਉਹਨਾਂ ਦੇ ਨਾਲ ਹੀ ਜਾਂਦੇ ਹਾਂ, ਲੇਕਿਨ ਉਹਨਾਂ ਦੀ ਵੀ ਕੋਈ ਪੇਸ਼ ਨਹੀਂ ਚੱਲ ਰਹੀ ਹੁਣੇ। ਪਤਾ ਨਹੀਂ ਉਹਨਾਂ ਦੀ ਕੀ ਕਾਰਨ ਹੈ, ਕਿਹੜੀ ਹੁਣ ਇਹਨਾਂ ਦੀ ਆਪਣੀ ਪੋਲੀਟਿਕਸ ਹੁੰਦੀ ਰਹਿੰਦੀ ਹੈ। ਤੇ ਹਾਂ, ਸਾਨੂੰ ਜਿਹੜੇ ਆਮ ਵਸਨੀਕ ਉਹਨਾਂ ਨੂੰ ਪ੍ਰੋਬਲਮ ਹੈ, ਸਾਡਾ ਕੰਮ ਨਹੀਂ ਸੋਲਵ ਹੁੰਦੇ। ਠੀਕ ਹੈ, ਥੈਂਕ ਯੂ। ਹਾਂਜੀ, ਨਹੀਂ, ਮੈਂ ਹਰਵਿੰਦਰ ਸਿੰਘ ਤੇ ਮੈਂ ਕਈ ਸੰਸਥਾ ਨਾਲ ਵੀ ਜੁੜਿਆ ਹੋਇਆ। ਮੈਂ ਇੱਥੇ ਵਾਈਸ ਪ੍ਰੈਜ਼ੀਡੈਂਟ ਵੀ ਹਾਊਸ ਓਨਰ ਵੈਲਫੇਅਰ ਐਸੋਸੀਏਸ਼ਨ ਦਾ। ਕਈ ਸਾਲਾਂ ਤੋਂ ਮੈਂ ਸਮਾਜ ਦੇ ਕੰਮ ਵੀ ਕਰਦਾ ਹੈਗਾ। ਇਸੇ ਕਰਕੇ ਲੋਕਾਂ ਨੂੰ, ਸਾਡੇ ਪਰਿਵਾਰ ਨੂੰ ਸਾਨੂੰ ਇਹ ਮਾਣ ਦਿੱਤਾ ਸੀਗਾ ਐਮਸੀ ਦਾ। ਮੇਰੀ ਮਿਸੇਜ ਜੀ ਗੁਰਮੀਤ ਕੌਰ ਐਮਸੀ ਹੈਗੇ ਆ। ਮੈਂ ਤਾਂ ਇਹ ਦੇਖ ਰਿਹਾ ਹੈਗਾ, ਕਿਆ ਇੱਕ ਔਰਤ ਦਾ ਐਮਸੀ ਹੋਣਾ ਕੋਈ ਗੁਨਾਹ ਹੈਗਾ? ਉਹਨੂੰ ਇਸ ਤਰ੍ਹਾਂ ਥ੍ਰੈਟਨਡ ਕਰਦੇ ਆ। ਹੁਣ ਜਿਹੜੇ ਨਵੇਂ ਉਹਨਾਂ ਨੇ ਕੁਝ ਆਪਣੇ ਉਹ ਬੰਦੇ ਛੱਡੇ ਵੇ ਹੈਗੇ ਆ। ਪਹਿਲਾਂ ਇਹ ਨਿਤੜਕ ਹੋ ਕੇ 5 ਸਾਲ ਇੰਨੇ ਵਧੀਆ ਕੰਮ ਕੀਤੇ ਹੈਗੇ ਹੈ ਜੀ। ਹੁਣ ਤਾਂ ਇਹ ਹੈਗਾ ਇੰਨਾ ਇੰਟਰਫੇਅਰ ਹੋ ਰਿਹਾ ਕੰਮਾਂ ਦੇ ਵਿੱਚ, ਪੱਖਪਾਤ ਤਾਂ ਹੋ ਹੀ ਰਿਹਾ ਹੈਗਾ। ਹੁਣ ਸਾਡਾ 50 ਨੰਬਰ ਵਾਰਡ ਹੈ, ਨਾਲ 45 ਨੰਬਰ ਤੇ 47। ਦੇਖੋ ਜੀ, ਸਾਡੇ ਨਾ 2 ਸਾਲ ਤੋਂ ਪਹਿਲਾਂ ਤੋਂ ਮਤਲਬ ਹੋਏ ਵੇ ਹੈਗੇ, ਜਿਹੜੇ ਵਰਕ ਆਰਡਰ ਹੋਏ ਵੇ, ਜਿੰਮਾਂ ਦੇ ਹੋਏ ਵੇ ਆ, ਤੇ ਨੰਬਰ ਪਲੇਟਾਂ ਦੇ ਹੋਏ ਵੇ ਆ, ਹਾਊਸ ਨੰਬਰ ਪਲੇਟਾਂ ਦੇ। ਜਿਹੜੇ ਐਚਈ ਦੇ ਕੁਆਟਰਸ ਹੈਗੇ ਆ ਸਾਡੇ, ਬੜੀ ਥਿਕ ਪਾਪੂਲੇਸ਼ਨ ਹੈਗੀ ਹੈ, ਬਹੁਤ ਛੋਟੇ ਮਕਾਨ ਹੈਗੇ ਆ। ਕੋਈ ਬਾਹਰੋਂ ਕੋਈ ਮਹਿਮਾਨ ਆਉਂਦਾ ਹੈਗਾ, ਕੋਈ ਬਾਹਰੋਂ ਕੋਈ ਉਹਨੂੰ ਮਿਲਣ ਆਉਂਦਾ ਹੈਗਾ, ਉਹਨਾਂ ਨੂੰ ਮਕਾਨ ਦਾ ਹੀ ਨਹੀਂ ਪਤਾ ਚੱਲਦਾ ਹੈਗਾ, ਕਿਉਂਕਿ ਨੰਬਰ ਪਲੇਟਾਂ ਹੀ ਨਹੀਂ ਹੈਗੀਆਂ।
ਅੱਛਾ ਜਦ ਨਾਲ ਦੇ ਵਾਰਡ ਵੀ ਚਲਾ ਦਿੱਤੀ ਆ, ਉਧਰ ਲਾ ਦਿੱਤੀ ਆ, ਇੱਥੇ ਕਿਉਂ ਨਹੀਂ ਲਾਇਆ? ਜੇ ਇਕੱਠਾ ਹੀ ਵਰਕ ਉਹ ਹੋਏ ਹੈਗੇ, ਟੈਂਡਰ ਹੋਏ ਹੈਗੇ ਆ। ਵਾਰਡ ਦੇ ਵਿੱਚ ਨਹੀਂ ਲੱਗੀਆਂ ਪਲੇਟਾਂ? 50 ਨੰਬਰ ਵਾਰਡ, ਸਾਡੇ ਵਾਰਡ ਵਿੱਚ ਨਹੀਂ ਲੱਗੀਆਂ ਜੀ। 47 47 ਵਿੱਚ ਲੱਗੀਆਂ, ਬਿਲਕੁਲ ਨਾਲ ਗਲੀ ਪਾਰ ਕਰਕੇ ਲੱਗੀਆਂ, ਉਧਰ ਲੱਗੀਆਂ। ਇਹਨੇ ਜਾਣਬੁੱਝ ਕੇ ਨਹੀਂ ਲਾਈ। ਉਸ ਦੇ ਵਾਰ ਇੰਨੀ ਵਾਰ ਅਸੀਂ ਕੋਰਸਪੋਂਡੈਂਸ ਕੀਤੀ ਹੈ। 2021 ਅਸੀਂ 2020 ਦੀ ਮਾਰਚ ਤੋਂ ਅਸੀਂ ਕੋਰਸਪੋਂਡੈਂਸ ਕਰ ਰਹੇ ਹਾਂ, ਮੇਲ ਭੇਜ ਰਹੇ ਹੈਗੇ ਇਹਨਾਂ ਨੂੰ ਹੈ ਜੀ, ਤੇ ਪਾਵਰਾਂ ਇਹਨਾਂ ਕੋਲ ਆ ਗਈ। ਚਲੋ ਉਸ ਟਾਈਮ ਤਾਂ ਕਰੋਨਾ ਸੀਗਾ ਹੈ ਜੀ, ਚਲੋ ਆਫਟਰ ਮਤਲਬ ਦਸੰਬਰ ਤੋਂ ਬਾਅਦ ਤਾਂ ਕੰਮ ਸ਼ੁਰੂ ਹੋਏ ਗਏ ਸੀਗੇ 2020 ਵਿੱਚ। ਇੰਨਾ ਇਹਨਾਂ ਦੇ ਅਸੀਂ ਫਿਰ ਮਾਰਚ ਤੋਂ ਅਸੀਂ ਲਗਾਤਾਰ 2021 ਤੋਂ ਇਹਨਾਂ ਨੂੰ ਅਸੀਂ ਲੱਗੇ ਹੋਏ ਹੈਗੇ ਆ। ਭਾਈ ਤੁਸੀਂ ਆਹ ਨੰਬਰ ਲੋਕ ਪੁੱਛਦੇ ਆ ਸਾਨੂੰ, ਨੰਬਰ ਪਲੇਟਾਂ ਲਵਾ ਦਿਓ, ਸਾਡੇ ਜਿਮ ਲਵਾ ਦਿਓ, ਅਣਗੌਲਿਆ ਜਾ ਰਿਹਾ। ਹੁਣ ਆਹ ਪਾਰਕ ਦੀ ਜਿਹੜੀ ਗੱਲ ਕਰਦੇ ਆ ਤੁਸੀਂ, ਆ ਪਾਰਕ ਨੰਬਰ ਹੈ 2, ਪਾਰਕ ਨੰਬਰ 1 ਤੇ 2 ਤੇ 3 ਤੇ 5 ਤੇ 8 ਦੇ ਇਹਦਾ ਵਰਕ ਆਰਡਰ ਐਜ਼ ਆ ਪੱਕਾ ਵਰਕ ਆਰਡਰ ਹੋਇਆ ਵਾ ਸੀਗਾ ਬੰਦੇ ਨੂੰ ਜੀ, ਉਹਨੂੰ ਹੀ ਨਹੀਂ ਕੰਮ ਕਰਨ ਦਿੱਤਾ ਹੈਗਾ। ਇਹਦੀ ਟੋਹ ਵਾਲਾ ਉੱਪਰ ਕਰਕੇ ਅੰਦਰ ਨੂੰ ਡਿਵੈਲਪ ਕਰਨਾ ਸੀਗਾ, ਜਿੱਥੇ ਝੁੱਲੇ ਕੋ ਟੁੱਟੇ ਹੋਏ ਸੀਗੇ ਰੀਪਲੇਸ ਕਰਨੇ ਸੀਗੇ, ਤੇ ਇਹਨਾਂ ਨੂੰ ਹੋਰ ਵੀ ਕਾਫੀ ਕੰਮ ਸੀਗਾ। ਤੇ ਇੱਕ ਹੋਰ ਸੀਗਾ ਵਰਕ ਆਰਡਰ ਹੋਇਆ ਵਾ ਪਾਰਕਾਂ ਦਾ, ਉਹ ਵੀ ਨਹੀਂ, ਉਹ ਉੱਥੇ ਹੀ ਛੱਡ ਦਿੱਤੇ ਹੈ ਜੀ। ਹੁਣ ਜਦ ਸਾਨੂੰ ਪਤਾ ਚੱਲਿਆ ਵੀ ਸਾਡੇ ਜਿਹੜੇ 12 ਪਹਿਲਾਂ ਜਿਹੜੇ ਹੋਰਾਂ ਪਾਸੇ ਤਾਂ 12 ਲੱਗੇ ਹੈਗੇ ਆ, ਜਿਹੜੇ ਜਿਮ ਲੱਗੇ ਹੈਗੇ ਆ, ਪਰ ਉਰੇ 8 ਕਿਉਂ ਲਾਏ ਹੈਗੇ ਆ? ਹੁਣ ਪਤਾ ਚੱਲਿਆ ਵੀ ਨਹੀਂ, ਉਹ ਨਹੀਂ, ਅਸੀਂ ਤਾਂ ਇਹ ਨਵਾਂ ਹੀ ਕੋਈ ਟੈਂਡਰ ਕੀਤਾ ਹੈਗਾ। ਇਹ ਕਿੱਥੇ ਦੀ ਕਹਾਣੀ ਹੈਗੀ ਹੈ ਜੀ ਇਹ ਹੈ ਜੀ। ਹੁਣ ਲੋਕੀ ਫਿਰ ਦੇਖਦੇ ਨਹੀਂ ਹੈਗੇ ਵੀ ਆ ਕੀ ਹੋ ਰਿਹਾ ਹੈਗਾ। ਲੋਕ ਤਾਂ ਬਹੁਤ ਸੂਝਵਾਨ ਹੈਗੇ, ਸਮਝਦਾਰ ਹੈਗੇ ਆ, ਪਤਾ ਹੈਗਾ ਵੀ ਕਿਉਂ ਵਿਤਰਕਾ ਕਰ ਰਹੇ ਹੈਗੇ ਆ। ਸਭ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ। ਮਸ਼ੀਨ ਆਂਦੀ ਹੈਗੀ ਹੈ, ਮਸ਼ੀਨ ਦੇ ਨਾਲ ਉਹ ਬੰਦੇ ਜਿਹੜੇ ਹੁੰਦੇ 1 ਵਜੇ 11 ਵਜੇ ਪਹੁੰਚਦੀ ਹੈ ਮਸ਼ੀਨ, ਮਿਸਯੂਜ ਹੋ ਰਿਹਾ ਹੈਗਾ ਪੂਰਾ ਉਹਦੇ ਡੀਜ਼ਲ ਦਾ, ਪੈਟਰੋਲ ਦਾ। 11 ਵਜੇ ਪਹੁੰਚਦੇ ਆ, 1 ਵਜੇ ਤੱਕ ਕੰਮ ਕਰਦੇ ਆ, ਰੋਟੀਆਂ ਖਾ ਕੇ ਪਾਰਕ 'ਚ ਸੋ ਜਾਂਦੇ ਆ, 3 ਵਜੇ ਉੱਠ ਕੇ ਫੇਰ ਕੰਮ ਕਰਨਾ ਸ਼ੁਰੂ ਕਰਦੇ, 4:30 ਵਜੇ ਫੇਰ ਤੁਰ ਪੈਂਦੇ ਆ ਵਾਪਸ। ਔਰ ਫੇਰ ਜੋ ਕੋਈ ਅਸੀਂ ਤੇ ਮੈਡਮ ਉੱਥੇ ਜਾਂਦੀ, ਇੰਨਾ ਇਗਨੋਰ ਹੈ ਜਾਂਦਾ ਉਹਨੂੰ, ਉਹਨੇ ਗੱਲੇ ਨਹੀਂ ਕਰਦੇ ਹੈਗੇ, ਸਟਾਫ ਹੀ ਨਹੀਂ ਗੱਲ ਕਰਦਾ ਉਹਦੇ ਨਾਲ। ਫਿਰ ਆਸ ਪੜੋਸ ਵਾਲਾ ਕੋਈ ਪੁੱਛਦਾ ਹੈਗਾ, ਭਾਈ ਆ ਮੇਰਾ ਤੂੰ ਆ ਕਟਿੰਗ ਕਰਨੀ ਹੈਗੀ ਆ, ਮੇਰਾ ਆ ਕਰਨਾ ਹੈਗਾ, ਤਾਂ ਜੀ ਉਹਦੇ ਨਾਲ ਆ ਲਓ ਜੀ, ਉਹਦੇ ਨਾਲ ਫੋਨ ਤੇ ਗੱਲ ਕਰੋ। ਆਪ ਖੁਦ ਫੋਨ ਤੇ ਗੱਲ ਕਰਾਉਂਦੇ ਆ ਜਿਹੜੇ 1-2 ਬੰਦੇ ਹੈਗੇ ਆ, ਵੀ ਇੱਕ ਤਾਂ ਨਵਾਬ ਹੈ ਸ਼ਾਇਦ ਉਹਨਾਂ ਨਾਲ ਆਪ ਗੱਲ ਕਰਾਉਂਦੇ ਆ। ਲਓ ਜੀ ਇਹ ਕਹਿਣਗੇ ਜੀ ਤਾਂ ਅਸੀਂ ਛਾਂਗਾਂਗੇ। ਦੇਖੋ ਸਰਿਆਮ ਮਤਲਬ ਹੋਈ ਵੀ ਹੈ, ਗੁੰਡਾਗਰਦੀ ਹੋ ਗਈ ਹੈ, ਲੁੱਟ ਖਸੁੱਟੇ ਹੋ ਗਈ। ਹੁਣ ਜਿਹੜਾ ਮੌਜੂਦਾ ਐਮਸੀ ਹੈ ਉਹਨੂੰ ਤਾਂ ਸਵੇਰ ਤੇ 24 ਘੰਟੇ ਫੋਨ ਖੜਕਦੇ ਆ, ਭਈ ਸਾਡਾ ਆਹ ਕੰਮ ਕਰਾਇਓ, ਸਾਡਾ ਆਹ ਕੰਮ ਕਰਾਇਓ। ਉਹਦੇ ਤਾਂ ਦਿਮਾਗ ਵਿੱਚ ਇਹ ਗੱਲ ਹੁੰਦੀ ਹੈ ਵੀ ਕਿੱਥੇ ਕੰਮ ਕਰਾਉਣ ਵਾਲਾ ਹੈਗਾ, ਕਿਹਦਾ ਦਿਲਕ ਛਗਾਉਣ ਵਾਲਾ ਹੈ ਕਿ ਨਹੀਂ ਹੈਗਾ ਹੈ। ਤੇ ਉਹ ਸਕੀਮ ਦੇ ਨਾਲ ਸਾਰਾ ਮਤਲਬ ਉਹਨੂੰ ਸੈਟੀਸਫਾਈ ਕਰ ਸਕਦੇ ਆ, ਕਿ ਜਿਨ੍ਹਾਂ ਤੋਂ ਅਸੀਂ ਪ੍ਰੋਪਰਟੀ ਟੈਕਸ ਲਿਆ, ਜਿਨ੍ਹਾਂ ਨੇ ਸਾਨੂੰ ਐਮਸੀ ਬਣਾਇਆ, ਮਾਣ ਬਖਸ਼ਿਆ ਹੈਗਾ, ਇਹਦਾ ਮਤਲਬ ਸਾਨੂੰ ਮਤਲਬ ਇੱਕ ਨੀਚਾ ਦਿਖਾਉਣ ਵਾਸਤੇ ਕੰਮ ਹੋ ਰਹੇ ਹੈਗੇ ਹੈ। ਇਸ ਕਰਕੇ ਅਸੀਂ ਤਾਂ ਸਾਡੀ ਤਾਂ ਤੋਬਾ ਹੋਈ ਪਈ ਹੈ ਜੀ। ਮੈਂ ਤਾਂ ਇਹਨੂੰ ਮੈਡਮ ਨੂੰ ਕਹਿ ਦਿੱਤਾ ਵੀ ਇਹ ਤਾਂ ਵੀ ਜੇ ਇਸ ਤਰ੍ਹਾਂ ਹੋਣਾ ਤਾਂ ਭਾਈ ਤੁਸੀਂ ਐਮਸੀ ਤੋਂ ਬਿਨਾਂ ਵੀ ਤਾਂ ਬੰਦਾ ਸੇਵਾ ਕਰ ਸਕਦਾ ਹੈਗਾ, ਵੀ ਇਹ ਨਾ ਨੌਬਤ ਆ ਵੀ ਸਾਨੂੰ ਰਿਜ਼ਾਈਨ ਨਹੀਂ ਦੇਣਾ ਪਵੇ ਐਮਸੀ ਬਣੇ ਤੋਂ ਹੈ ਜੀ। ਇਹ ਗੱਲ ਹੈ ਜੀ। ਅਸੀਂ ਤਾਂ ਬਹੁਤ ਮਤਲਬ ਹੋਏ ਪਏ ਹੈਗੇ ਆ, ਤੇ ਹੋਰ ਵੀ ਕਈ ਤਰ੍ਹਾਂ ਦੇ ਐਸੇ ਕੰਮ ਹੈਗੇ ਆ, ਰੋਡ ਗਲੀਆਂ ਦੇ ਕੰਮ ਹੈਗੇ ਆ, ਲੋਕ ਇੰਨੇ ਪਰੇਸ਼ਾਨ ਹੈਗੇ ਆ ਬਿਲਕੁਲ। ਅੱਛਾ ਇਹਨਾਂ ਨੂੰ ਅਸੀਂ ਜਿਹੜਾ ਹੈਗੇ ਆ ਸੰਜੇ ਕਨਵਰ ਹੈਗੇ ਆ, ਬਾਰ-ਬਾਰ ਮਿਲੇ ਆ ਉਹਨਾਂ ਨੂੰ। ਇਹਨਾਂ ਨੇ ਇਹ ਸੁਪਰੀਟੈਂਡੈਂਟ ਇੰਜੀਨੀਅਰ ਹੈ ਜੀ, ਕਿਉਂਕਿ ਜਦੋਂ ਅਸੀਂ ਕਮਿਸ਼ਨਰ ਕੋਲ ਜਾਂਦੇ ਸੀਗੇ, ਅਸੀਂ ਕਈ ਵਾਰ ਗਏ ਹੈਗੇ, ਸਾਬਕਾ ਐਮਸੀ ਮਨਜੀਤ ਸਿੰਘ ਸੇਠੀ ਦੇ ਨਾਲ ਵੀ ਅਸੀਂ ਗਏ ਹੈਗੇ। ਹਰ ਵਾਰੀ ਐਸ਼ੋਰੈਂਸ ਦੇ ਦੇਣੀ, ਹਾਂ ਜੀ ਹੋ ਜਾਏਗਾ ਜੀ, ਤੁਹਾਡਾ 1 ਹਫ਼ਤੇ ਵਿੱਚ ਹੋ ਜਾਏਗਾ। ਬੇਵਕੂਫ ਬਣਾਇਆ ਜਾ ਰਿਹਾ ਜੀ, ਲਾਰੇ ਲੱਪੇ ਲਾਏ ਜਾ ਰਹੇ ਹੈਗੇ ਆ ਹੈ ਜੀ। ਕਈ ਐਮਸੀ ਵੀ ਮਿਲ ਕੇ ਗਏ ਹੈਗੇ ਅਸੀਂ, ਤੇ ਕਮਿਸ਼ਨਰ ਪਾਸ ਜਾਣਾ, ਉਹਨਾਂ ਨੂੰ ਬੁਲਾ ਲੈਣਾ ਸੁਪਰੀਟੈਂਡੈਂਟ ਇੰਜੀਨੀਅਰ ਦੇ ਕੋਲ ਜਾਣਾ ਅਸੀਂ, ਉਹਨਾਂ ਨੇ ਆਹੀ ਲਾਰੇ ਰੱਪੇ ਲਾ ਕੇ ਫਿਰ ਇੱਕ ਵਾਰੀ ਤਾਂ ਕਹਿੰਦੇ ਮੇਰੇ ਕੋਲ ਫਾਈਲਾਂ ਹੀ ਨਹੀਂ ਹੈਗੀਆਂ, ਫਾਈਲਾਂ ਹੀ ਗੁੰਮ ਹੋਈ ਵੀ ਹੈਗੀਆਂ। ਇਹ ਕੰਮ ਹੋ ਰਿਹਾ ਸਾਡੇ ਨਾਲ ਜਦੋਂ ਵੀ ਅਸੀਂ ਜਾਂਦੇ ਆ। ਔਰ ਕਈ ਮੈਨੀ ਟਾਈਮਸ ਅਸੀਂ ਉਹਨਾਂ ਨੂੰ ਮਿਲ ਕੇ ਆਏ ਹੈਗੇ ਸਨੇ ਕਨਵਨ, ਤਾਂ ਉਹਨਾਂ ਨੂੰ ਤਾਂ ਹੀ ਡਜ਼ਨਟ ਨੋ ਹਾਊ ਟੂ ਟਾਕ, ਉਹਨਾਂ ਨੂੰ ਤਾਂ ਮਤਲਬ ਉਹਨਾਂ ਨੂੰ ਬੋਲਣ ਦਾ ਵੀ ਨਹੀਂ ਮੈਨੂੰ ਪਤਾ ਤਾਂ ਹੈਗਾ। ਇੰਨਾ ਮਤਲਬ ਕਈ ਵਾਰ ਇੰਨੇ ਇਰੀਟੇਟ ਜੇ ਹੋ ਕੇ ਗੱਲ ਕਰਦੇ ਹੈਗੇ ਆ। ਕਿਆ ਉਹ ਕੁਰਸੀ 'ਪਰ ਬਿਠਾਇਆ ਇਸ ਕੰਮ ਵਾਸਤੇ ਬਿਠਾਏ ਆ ਹੈ? ਤੁਸੀਂ ਘੂਰ ਕੇ ਲੋਕਾਂ ਨੂੰ ਐਵੇਂ ਤੁਸੀਂ ਡਰਾ ਡਰੂ ਕੇ ਤੁਸੀਂ ਕਹਿ ਕੂ ਕੇ ਲੋਕਾਂ ਨੂੰ ਵਾਪਸ ਭੇਜ ਦਿਓ ਹੈ। ਕਮਿਸ਼ਨਰ ਉੱਥੇ ਭੇਜ ਦਿੰਦਾ ਹੈਗਾ। ਆਹ ਦੇਖ ਲਓ, ਤੁਹਾਨੂੰ ਦਿਖਾਈ ਆ ਡਰਾਈ ਡਰੱਗ, ਆਹ ਜਿਹੜੇ ਹੈਗੇ ਆ ਟਰੀ ਦਿਖਾਏ ਹੈਗੇ ਆ ਹੈ ਜੀ। 3-4 ਵਾਰ ਮਿਲੇ ਆ ਅਸੀਂ ਸੁਪਰੀਟੈਂਡੈਂਟ ਇੰਜੀਨੀਅਰ ਨੂੰ ਮਿਲੇ ਆ। ਕਿੱਡੀ ਬੜੀ ਪਾਵਰ ਹੁੰਦੀ ਹੈ ਸੁਪਰੀਟੈਂਡੈਂਟ ਇੰਜੀਨੀਅਰ ਹੈ ਜੀ। 3-4 ਜਗ੍ਹਾ ਲੋਕੇਸ਼ਨ 'ਪਰ ਇਹੋ ਜਿਹੇ ਦਰਖਤ ਹੈਗੇ ਆ, ਉਹਨਾਂ ਦੇ ਬਾਰੇ ਵੀ ਬਸ ਜਾ ਕੇ ਉੱਥੇ ਗਿਆ ਤਾਂ ਕੁਛ ਐਸੀਆਂ ਗੱਲਾਂ ਉਲਟਾ ਸਾਨੂੰ ਇਹ ਮਤਲਬ ਥ੍ਰੈਟਨ ਕਰਨ ਦੀ ਕੋਸ਼ਿਸ਼ ਕਰਨੀ। ਉਸ ਤੋਂ ਬਾਅਦ ਫਿਰ ਕਿਤੇ ਕਹਿਣਾ ਹਾਂ ਜੀ ਚਲੋ ਜੀ ਠੀਕ ਹੈ ਜੀ, ਅਗਲੇ ਹਫਤੇ ਅਸੀਂ ਕਰਾ ਦਾਂਗੇ, ਤੁਹਾਡੀ ਨੰਬਰ ਪਲੇਟ ਵੀ ਕਰਾ ਦਾਂਗੇ, ਇਹ ਵੀ ਕਰਾ ਦਾਂਗੇ।
ਇਹ ਕੰਮ ਹੋ ਰਿਹਾ ਹੈਗਾ। 16/9 ਨੂੰ ਵੀ ਅਸੀਂ ਮਿਲ ਕੇ ਆਏ ਹੈਗੇ ਆ, ਸਤੰਬਰ ਨੂੰ ਹੈ ਜੀ। 16 ਤੇ ਇਹਨਾਂ ਨੇ ਇੱਕ ਵਾਰ ਲੈਟਰ ਵੀ ਮੰਗੇ ਸੀਗੇ ਸਾਤੋਂ ਵੀ ਆਪਣੀ ਰਿਕੁਆਇਰਮੈਂਟ ਦੱਸੋ, ਤੇ ਉਹਦੇ ਵਿੱਚ ਇੰਨੀ ਕੋਰਸਪੋਂਡੈਂਸ ਸਭ ਕੁਝ ਡਿਟੇਲ ਦੱਸੀ ਵੀ ਆ ਵੀ ਇਹ 100 ਕੰਮ ਸਾਡੇ ਆ ਵਰਕ ਆਰਡਰ ਪੈਂਡਿੰਗ ਹੈਗੇ ਆ, 100 ਕੰਮ ਹੋਣ ਵਾਲੇ ਹੈਗੇ ਆ। ਪਬਲਿਕ ਇੰਨੀ ਪਰੇਸ਼ਾਨ ਹੈਗੀ ਆ। ਫਿਰ ਉਹਦੇ ਰਿਮਾਈਂਡਰ ਵੀ ਦਿੰਦੇ ਗਏ ਆ। ਹੁਣ 26/11 ਨੂੰ ਫਿਰ ਰਿਮਾਈਂਡਰ ਦਿੱਤੇ ਆ ਉਹਨਾਂ ਨੂੰ, ਫਿਰ ਰਿਮਾਈਂਡਰ ਦਿੱਤੇ ਆ। ਪਿਛਲੇ ਲੈਟਰਾਂ ਦਾ ਪੂਰਾ ਰੈਫਰੈਂਸ ਦਿੱਤਾ ਹੈਗਾ। ਕਿਆ ਉਹ ਕੀ ਕਰਦੇ ਹੈਗੇ ਉਹ। ਔਰ ਮੈਡਮ ਨੇ ਬਾਰ-ਬਾਰ ਉੱਥੇ ਜਦ ਵੀ ਮੀਟਿੰਗ ਹੋਈ ਹੈਗੀ ਜਿਹੜੀਆਂ ਵੀ ਹੁਣ ਹਾਊਸ ਦੀਆਂ ਮੀਟਿੰਗਾਂ ਹੋਈਆਂ, ਬਾਰ-ਬਾਰ ਇਹੀ ਉਹਨਾਂ ਨੂੰ ਕਿਹਾ ਭਾਈ ਜੇ ਨਹੀਂ ਤੁਹਾਤੋਂ ਹੁੰਦਾ ਜਾਂ ਸਾਨੂੰ ਦੱਸੋ ਤਾਂ ਸਹੀ, ਉਹ ਲੈਟਰਾਂ ਦਾ ਜਵਾਬ ਤਾਂ ਦੇ ਦਿਓ। ਲੈਟਰਾਂ ਦਾ ਜਵਾਬ ਤਾਂ ਦੇ ਸਕਦੇ ਹਾਂ ਜੀ ਵੀ ਇਹ ਪ੍ਰੋਬਲਮ ਆ ਰਹੀ ਹੈ ਵੀ ਇਸ ਕਰਕੇ ਅਸੀਂ ਆ ਕੰਮ ਸ਼ੁਰੂ ਨਹੀਂ ਕਰ ਸਕਦੇ ਜਾਂ ਅਸੀਂ ਕਰਾਂਗੇ। ਉਹ ਵੀ ਨਹੀਂ ਹੈਗਾ ਕੁਲ ਵੀ, ਬਿਲਕੁਲ ਸੁੱਤੇ ਪਏ ਹੈਗੇ ਆ ਹੈ ਜੀ। ਹੁਣ ਅਸੀਂ ਤਾਂ ਹੁਣ ਹੋਰੇ ਕੁਝ ਸੋਚ ਰਹੇ ਹਾਂ, ਜਾਂ ਤਾਂ ਅਸੀਂ ਲੋਕ ਅਦਾਲਤ ਜਾਵਾਂਗੇ ਜਾਂ ਕੋਈ ਹੋਰ ਅਸੀਂ ਕੋਈ ਲੀਗਲ ਵਕੀਲ ਨਾਲ ਗੱਲ ਕਰਕੇ ਅਸੀਂ ਲੀਗਲ ਐਕਸ਼ਨ ਲਵਾਂਗੇ। ਅਸੀਂ ਲੈਣਾ ਹੈਗਾ ਸੰਜੇ ਕਨਵਰ ਉੱਪਰ ਲੈਣਾ, ਜਿਹਦੀ ਡਿਊਟੀ ਬਣਦੀ ਹੈ ਸੁਪਰੀਟੈਂਡ ਇੰਜੀਨੀਅਰ ਹੈਗਾ, ਉਹ ਨਿਗਰਾਨ ਮਤਲਬ ਇੰਜੀਨੀਅਰ ਹੈਗਾ। ਜਦ ਕਿ ਉਹਦੇ ਕੋਲ ਕਿਆ ਲੈਟਰ ਉਹਦੇ ਕੋਲ ਜਾਂਦੇ ਨਹੀਂ ਹੋਣੇ ਮਾਰਕ ਹੋ ਕੇ। ਅਸੀਂ ਖੁਦ ਦੇ ਕੇ ਆਏ, ਖੁਦ ਅਸੀਂ ਮਿਲ ਕੇ ਆਏ ਹੈਗੇ। ਸਾਬਕਾ MC ਸੀਗੇ, ਸਾਬਕਾ ਉਹ ਸੀਗੇ ਉੱਥੇ ਆਪਣਾ ਡਿਪਟੀ ਮੇਅਰ ਸੀਗੇ ਮਨਜੀਤ ਸਿੰਘ ਸੇਠੀ, ਉਹਨਾਂ ਦੇ ਸਾਹਮਣੇ ਕਨਵਰਸੇਸ਼ਨ ਹੋਈ ਹੈ, ਪੂਰੀ ਡਿਟੇਲ ਹੋਈ ਹੈ ਕੰਮਾਂ ਦੇ ਬਾਰੇ ਹੈ ਜੀ। ਇੰਨੀ ਵਾਰ ਮਿਲੇ ਆ ਅਸੀਂ ਉਹਨਾਂ ਨੂੰ, ਤਾਂ 7-8 ਵਾਰ ਮਿਲੇ ਅਸੀਂ, ਪਰ ਸਾਨੂੰ ਬਿਲਕੁਲ ਕੋਈ ਉਹ ਨਹੀਂ ਕਰ ਰਹੇ, ਬਿਲਕੁਲ ਮਤਲਬ ਇਗਨੋਰ ਕਰ ਰਹੇ ਹੈਗੇ ਆ। ਇੰਨੇ ਢੀਠ ਹੋਏ ਵੀ ਹੈਗੇ ਆ ਜੀ। ਬਸ ਇਹ ਹੈ ਜੀ, ਮੇਰੀ ਤਾਂ ਬੇਨਤੀ ਸਾਡੀ ਗੱਲ ਪਹੁੰਚਾਊਗਾ ਹਮ। जगजीत सिंह मेरा नाम है। तो कोठी नंबर 563 कार्नर की कोठी फेज़ 1 मोहाली। काफ़ी देर की एप्लीकेशन दी सी कि इन्ने दरख्त उच्चे उच्चे दीमक लगी हुई है, इन्हें गिरन का खतरा है, सड़क से भी गिर सकते हैं, मेरे मकान से भी गिर सकते हैं। तो अजे तक कोई एक्शन नहीं होया। इन्होंने जल्दी जल्दी जो भी एक्शन ले रहा है इन्होंने दरख्तों का ठीक करो। ਕਿਸ ਤਰ੍ਹਾਂ ਦੀ ਹੋਰ ਕਿਹੜੀ ਸਮੱਸਿਆ ਆਉਂਦੀ ਹੈ ਤੁਹਾਨੂੰ? समस्या बाकी तो होने ये दरख्तों का ही ज़्यादा सानू खतरा हैगा। ਆਉਂਦੇ ਨੇ ਦਰਖਤ ਕੱਟਣੇ ਵਾਲੇ ਨਹੀਂ ਆਉਂਦੇ ਹੈਗੇ? कोई नहीं आया, कोई भी नहीं आया, ਅੱਛਾ ਜੀ। कोई नहीं आया। तो ये हुण जिन्नी जल्दी हो सके दरख्तों का कराओ। असी मतलब है हुण कोठी से पैसा इन्ना लाया, किसी फिर कोठी के उपर गिर गया तो मुश्किल हो गई। ਫਰੰਟ ਵਾਲਿਆਂ ਨੂੰ ਧੁੱਪ ਦੀ ਲੋੜ ਹੈਗੀ। हाँ फ्रंट वालिਆਂ ਨੂੰ ਵੀ धुप ਦੀ लेड़े वो कहते कि टानियां टूनियां कटाओ जिन्नियां भी हैं। मैं मिसिस भाटिया फेज़ 1 567 ਤੋਂ ਕਰ ਰਹੀ ਹਾਂ। ਇਹ ਸਾਡਾ ਘਰ ਹੈਗਾ ਜੀ, ਇਹਦੇ ਕਾਫੀ ਪੇੜ ਉੱਪਰ ਨੂੰ ਆ ਚੁੱਕਾ ਹੈ, ਇਹਦੀਆਂ ਜੜ੍ਹਾਂ ਜਿਹੜੀਆਂ ਨੇ ਅੰਦਰ ਤੱਕ ਚਲੀਆਂ ਗਈਆਂ ਤੇ ਸਾਡੇ ਨਾਲਦਿਆਂ ਨੇ ਵੀ ਸਾਰਾ ਪੁਟਾ ਕੇ ਉਹ ਸਾਰਾ ਉਹਨਾਂ ਦੇ ਡਰਾਇੰਗ ਰੂਮ ਤੱਕ ਚਲੀਆਂ ਗਈਆਂ ਸੀਗੀਆਂ ਤੇ ਸਾਡੀਆਂ ਹੁਣ ਅੰਦਰ ਬਾਹਰ ਆ ਰਹੀਆਂ ਨੇ। ਅਸੀਂ ਬੜੇ ਪਰੇਸ਼ਾਨ ਆ, ਇਹਦਾ ਕੀ ਕਰੀਏ। ਨਾ ਤਾਂ ਇਹਦੀ ਰਿਪੇਅਰ ਹੋ ਰਹੀ ਹੈ, ਨਾ ਇਹ ਮਤਲਬ ਕਿ ਥੋੜਾ ਜਿਹਾ ਸਾਨੂੰ ਕਰਨਾ ਚਾਹੀਦਾ ਹੈਗਾ, ਥੋੜਾ ਇਗਨੋਰ ਹੋ ਰਿਹਾ ਹੈਗਾ। ਬੜੀ ਦੇਰ ਤੋਂ ਅਸੀਂ ਕੰਪਲੇਂਟ ਕਰ ਰਹੇ ਹਾਂ। ਥੈਂਕ ਯੂ। ਕੰਪਲੇਂਟ ਕਿੱਥੇ ਕੀਤੀ ਤੁਸੀਂ? ਕੰਪਲੇਂਟ ਤਾਂ ਮਤਲਬ ਕਿ ਜੋ ਵੀ ਸਾਡੇ MC ਹੈਗੇ ਆ ਇਹਨਾਂ ਨੂੰ ਅਸੀਂ ਕਹਿ ਚੁੱਕੇ ਹਾਂ, ਕਹਿੰਦੇ ਅਸੀਂ ਬੜੀ ਵਾਰ ਕਹਿ ਚੁੱਕੇ ਹਾਂ ਅੱਗੇ, ਬਟ ਹੁਣ ਅਸੀਂ ਇਹਨਾਂ ਤੋਂ ਜ਼ਿਆਦਾ ਤਾਂ ਕਿਸੇ ਨੂੰ ਨਹੀਂ ਕਰ ਸਕਦੇ। ਇਹ ਸਾਡੇ ਸਭ ਕੁਝ ਇਹੀ ਹੈ ਸਾਡੇ ਇਸ ਮੁਹੱਲੇ ਦੇ। ਕਿਸੇ ਹੋਰ ਜਿਹੜੇ ਨੌਨ MC ਆ ਬੰਦੇ, ਉਹ ਕੁਛ ਆ ਕੇ ਆਪਣੀ ਮਰਜ਼ੀ ਨਾਲ ਕੋਈ ਕੰਮ ਕਰਾ ਜਾਂਦੇ ਤਾਂ ਕੁਛ, ਤੇ ਕੁੱਲ ਮਿਲਾ ਕੇ ਜਿਹੜਾ ਹੈਗਾ ਉਹ ਜਿਹੜਾ ਇੱਕ ਔਰਤ ਹੈ ਜਿਹੜੀ ਉਹ ਪੱਖਪਾਤ ਦਾ ਸ਼ਿਕਾਰ ਹੋ ਰਹੀ ਹੈ। ਤੇ ਅਸੀਂ ਤੁਹਾਨੂੰ ਜਿਹੜਾ ਵਾਰਡ ਨੰਬਰ 50 ਦੀ ਪੂਰੀ ਇਸ ਗਾਥਾ ਦਿਖਾਈ, ਸੁਣਾਈ, ਹਾਲਾਤ ਦਿਖਾਏ। ਮੌਜੂਦਾ ਅਸੀਂ ਵਾਰਡ ਇਸ ਪਾਰਕ ਦੇ ਵਿੱਚ ਖੜੇ ਆ ਤੇ ਜਿਹਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਵੀ ਇੱਥੇ ਕੁਝ ਡਿਵੈਲਪਮੈਂਟ ਜਿਹੜੀ ਹੈ ਉਹ ਕੁਝ ਹੋਈ ਹੋਊਗੀ। ਤੇ ਕੁੱਲ ਮਿਲਾ ਕੇ ਇਹਨਾਂ ਦੀ ਕਾਉਂਸਲਰ ਜਿਹੜੇ ਆ ਬੜੇ ਇਸ ਗੱਲ ਤੋਂ ਦੁਖੀ ਆ ਕਿ ਇੱਕ ਔਰਤ ਹੋਣਾ ਗੁਨਾਹ ਹੋ ਗਿਆ ਜਾਂ ਉਹਨੇ ਵਾਰਡ ਦੇ MC ਬਣ ਕੇ ਕੋਈ ਗੁਨਾਹ ਕਰ ਲਿਆ। ਤੇ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਕਿਆ ਐਸੇ ਪੱਖਪਾਤੀ ਰਵੱਈਏ ਨੂੰ ਆਪਣੇ ਨੂੰ ਜਾਰੀ ਰੱਖੂਗਾ। ਨਗਰ ਨਿਗਮ ਦੇ ਅਧਿਕਾਰੀ ਕਿਆ ਇਸ ਸਾਰੇ ਜਿਹੜਾ ਊਣਤਾਈਆਂ ਨੇ ਉਹਦੇ ਵੱਲ ਕੋਈ ਧਿਆਨ ਦੇਣਗੇ ਜਾਂ ਨਹੀਂ। ਇਹਦੇ ਬਾਰੇ ਜਿਹੜਾ ਹਰ ਬੰਦੇ ਦੀ ਜਿਹੜੀ ਜ਼ੁਬਾਨ ਦੇ ਉੱਪਰ ਇੱਕ ਸਵਾਲ ਖੜਾ ਹੁੰਦਾ। ਅਸੀਂ ਤੁਹਾਨੂੰ ਇਹੋ ਜਿਹੇ ਜਿਹੜੇ ਆਉਣ ਵਾਲੇ ਟਾਈਮ 'ਚ ਵੀ ਹੋਰ ਵਾਰਡਾਂ ਦੀ ਵੀ ਜਿਹੜੀ ਆ ਉਹ ਅੱਗੇ ਤੋਂ ਅੱਗੇ ਜਿਹੜੀ ਹਾਲਤ ਦਸ਼ਾ
ਲਾਈਵ ਹੋ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਕਿਹੜੇ ਵਾਰਡ ਦੇ ਵਿੱਚ ਕਿਸ ਤਰ੍ਹਾਂ ਪੱਖਪਾਤ ਹੋ ਰਿਹਾ, ਹਾਲਾਤ ਮਾੜੇ ਆ, ਲੋਕਾਂ ਦੇ ਪ੍ਰਾਪਰਟੀ ਟੈਕਸ ਜਾਂ ਹੋਰ ਟੈਕਸਾਂ ਦੇ ਨਾਲ ਇਕੱਠਾ ਕੀਤਾ ਪੈਸਾ ਹੋਇਆ ਵੀ ਉਹਨਾਂ ਦੇ ਵਾਰਡਾਂ ਵਿੱਚ ਜੇ ਸਹੀ ਨਾ ਲੱਗੇ ਤਾਂ ਇਦੋਂ ਮਾੜੀ ਹਾਲਤ ਹੋਰ ਨਹੀਂ ਸ਼ਾਇਦ ਹੋ ਸਕਦੀ। ਸੋ ਅਸੀਂ ਤੁਹਾਨੂੰ ਅੱਗੇ ਵੀ ਜਿਹੜਾ ਭਵਿੱਖ ਦੇ ਵਿੱਚ ਵੀ ਹੋਰ ਵਾਰਡਾਂ ਦਾ ਬਾਰੇ ਵੀ ਇਸ ਤਰ੍ਹਾਂ ਹੀ ਲਾਈਵ ਦਿਖਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਦਾ ਅਨਮਿਊਟ ਚੈਨਲ। ਕੈਮਰਾਮੈਨ ਪਰਮਿੰਦਰ ਸਿੰਘ ਦੇ ਨਾਲ ਮੈਂ ਕੁਲਦੀਪ ਸਿੰਘ।